ਵਾਹੋ ਵਾਹੋ ਕਰਤਿਆਂ ਮਨ ਨਿਰਮਲ ਹੋਵੇ। ਆਪ ਜੀ ਸਰਵਣ ਕਰ ਰਹੇ ਸਨ ਭਾਈ ਦਿਲਜੀਤ ਸਿੰਘ ਜੀ ਪਾਸੋਂ। ਆਓ ਹੁਣ ਸੰਤ ਬਾਬਾ ਅਮਰਜੀਤ ਸਿੰਘ ਜੀ ਭੋਲਾ ਪਾਸੋਂ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ। ਆਓ ਇੱਕ ਮਨ ਇੱਕ ਚਿੱਤ ਹੋ ਕੇ ਬਾਬਾ ਅਮਰਜੀਤ ਸਿੰਘ ਜੀ ਹੁਣਾਂ ਪਾਸੋਂ ਕਥਾ ਸਰਵਣ ਕਰੋ। ਉਸ ਤੋਂ ਬਾਅਦ ਪਟਿਆਲੇ ਤੋਂ ਭਾਈ ਸੰਤੋਖ ਸਿੰਘ ਜੀ ਇੱਕ ਸ਼ਬਦ ਦੁਆਰਾ ਹਾਜ਼ਰੀ ਭਰਨਗੇ। ਬੁਢਲਾਡੇ ਤੋਂ ਬੱਚੀ ਕੋਮਲ ਉਹ ਇੱਕ ਸ਼ਬਦ ਦੀ ਹਾਜ਼ਰੀ ਭਰਨਗੇ। ਆਓ ਇੱਕ ਮਨ ਇੱਕ ਚਿੱਤ ਹੋ ਕੇ ਕਥਾ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਹਮ ਅਵਗੁਣ ਪਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਪਰਮ ਪੈ ਭੁੱਲੇ। ਸਤਿ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਨਿਓ ਗੁਰ ਸੰਗਤ। ਤਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ। ਗੁਰੂ ਰਾਮਦਾਸ ਰਾਖੋ ਸ਼ਰਨਾਈ। ਜਾਗਦੀ ਜੋਤ ਹਾਜ਼ਰਾ ਹਜ਼ੂਰ ਚਾਰਾ ਜਹੂਰ। ਕਲਯੁਗ ਦੇ ਬੋਹਿਤ ਨਾਮ ਦੇ ਜਹਾਜ਼। ਹਲਤ ਪਲਤ ਦੇ ਰੱਖਿਅਕ ਲੋਕ ਪਰਲੋਕ ਦੇ ਸਹਾਇਕ ਹਾਜ਼ਰ ਨਾਜ਼ਰ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਬੈਠ ਕੇ ਪੂਰਨਮਾਸ਼ੀ ਦਾ ਪੁਰਬ ਮਨਾ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ। ਜਿੱਥੇ ਅੱਜ ਪੂਰਨਮਾਸ਼ੀ ਦਾ ਦਿਹਾੜਾ ਹੈ ਉੱਥੇ ਨਾਲ ਦੀ ਨਾਲ ਭਗਤ ਵਾਲਮੀਕ ਜੀ ਦਾ ਵੀ ਜਨਮ ਦਿਨ ਹੈ। ਅਤੇ 2 ਦਿਨਾਂ ਤੋਂ ਬਾਅਦ ਮੇਰੇ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਬਚਨਾਂ ਦੇ ਨਾਲ ਥੋੜ੍ਹਾ ਉਹਨਾਂ ਦੇ ਇਤਿਹਾਸ ਨਾਲ ਆਪਾਂ ਜੁੜੀਏ। ਦਾਸ ਬੇਨਤੀ ਕਰੇ ਤੁਹਾਡਾ ਪਿਆਰ ਦੇਖ ਕੇ, ਤੁਹਾਡਾ ਸਿਦਕ ਦੇਖ ਕੇ, ਤੁਹਾਡਾ ਭਰੋਸਾ ਦੇਖ ਕੇ, ਤੁਹਾਡਾ 20 ਸਤੰਬਰ ਤੋਂ ਲੈ ਕੇ ਅੱਜ ਤੱਕ ਇਸ ਢੰਗ ਨਾਲ ਜੁੜਨਾ ਮੈਨੂੰ ਇਵੇਂ ਲੱਗ ਰਿਹਾ ਸੀ ਜਿਹੜਾ ਗੁਰੂ ਸਾਹਿਬ ਨੇ ਕਿਹਾ ਕਿ ਸਾਚੇ ਨਾਮ ਕੀ ਲਾਗੈ ਭੁੱਖ। ਵਾਕਈ ਤੁਹਾਨੂੰ ਨਾਮ ਦੀ ਭੁੱਖ ਲੱਗੀ ਹੋਈ ਹੈ। ਉਸ ਇੰਤਜ਼ਾਰ ਵਿੱਚ ਰਹਿੰਦੇ ਹੋ ਕਿ ਕਦੋਂ ਕੋਈ ਕਿਸੇ ਗੁਰਮੁਖਾਂ ਦੀ ਕਹੀ ਹੋਈ ਗੱਲ ਜਿਸ ਦੇ ਉੱਪਰ ਅਸੀਂ ਆਪਣਾ ਜੀਵਨ ਬਤੀਤ ਕਰ ਸਕੀਏ। ਤੇ ਮੈਨੂੰ ਇਹ ਬਚਨ ਯਾਦ ਆ ਰਹੇ ਸਨ, ਧੰਨ ਗੁਰੂ ਪਿਆਰੇ। ਜਿੱਥੇ ਗੁਰੂ ਤਾਂ ਧਨ ਹੈ ਹੀ ਹੈ, ਜਿਹੜੇ ਤੁਸੀਂ ਗੁਰੂ ਨਾਲ ਪਿਆਰ ਕਰਦੇ ਹੋ ਤੁਸੀਂ ਵੀ ਬੜੇ ਵਡਭਾਗੇ ਹੋ।
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਬਚਨਾਂ ਨਾਲ, ਇਤਿਹਾਸ ਨਾਲ ਆਪਾਂ ਜੁੜੀਏ, ਉਸ ਤੋਂ ਪਹਿਲਾਂ ਪੁਰਖ ਭਗਵੰਤ, ਮਰਦ ਅਗੰਬੜੇ, ਸੰਤ ਸਿਪਾਹੀ, ਯੁਗ ਪਰਿਵਰਤਕ, ਮਹਾਨ ਤਪਸਵੀ, ਮਹਾਨ ਯੋਧੇ, ਮਹਾਨ ਕਵੀ, ਮਹਾਨ ਕ੍ਰਾਂਤੀਕਾਰੀ, ਦੁਸ਼ਟ ਦਮਨ, ਧਰਮ ਰੱਖਿਅਕ, ਸਰਬੰਸਦਾਨੀ, ਲਾਸਾਨੀ ਆਗੂ, ਸਹਿਬੇ ਕਮਾਲ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਸੱਚੇ ਪਾਤਸ਼ਾਹ ਦੇ ਕੋਲੋਂ ਬਖਸ਼ਿਸ਼ ਦੇ ਵਿੱਚ ਮਿਲੀ ਹੋਈ ਫਤਿਹ ਸਾਰੇ ਹੀ ਪਿਆਰ, ਸਤਿਕਾਰ, ਨਿਮਰਤਾ ਦੇ ਨਾਲ ਗੱਜ-ਵੱਜ ਕੇ ਬੁਲੰਦ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗੀ ਜਨੋ, ਸੰਨ 1534 ਨੂੰ ਲਾਹੌਰ ਸ਼ਹਿਰ ਦੇ ਅੰਦਰ ਪਿਤਾ ਹਰੀਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਿਆ ਕੌਰ ਜੀ ਦੀ ਕੁੱਖ ਤੋਂ ਚੂਨਾ ਮੰਡੀ ਦੇ ਅੰਦਰ ਇੱਕ ਮਾਂ ਨੇ, ਮਾਤਾ ਦਿਆ ਕੌਰ ਨੇ ਇੱਕ ਬੱਚੇ ਨੂੰ ਜਨਮ ਦਿੱਤਾ, ਜਿਸ ਦਾ ਨਾਮ ਮਾਂ ਬਾਪ ਨੇ ਬੜੇ ਚਾਵਾਂ ਨਾਲ ਜੇਠਾ ਰੱਖਿਆ। ਬੜੀਆਂ ਪਾਲਣਾ ਪੋਸ਼ਣਾ ਮਾਂ ਬਾਪ ਨੇ ਉਮੰਗਾਂ ਲੈ ਕੇ ਕੀਤੀਆਂ। ਇਤਿਹਾਸ ਕਹਿੰਦਾ ਹੈ ਕਿ ਮਾਂ ਨੇ ਜਦੋਂ ਨਾਮ ਜੇਠਾ ਰੱਖਿਆ, ਜੇਠੇ ਦੇ ਅਰਥ ਹੁੰਦੇ ਹਨ ਸ੍ਰੇਸ਼ਟ, ਵੱਡਾ। ਕਹਿੰਦੇ ਮਾਂ ਉਦੋਂ ਕਿਹਾ ਕਰਦੀ ਸੀ ਕਿ ਮਾਂ ਜਦੋਂ ਬੋਲਦੀ, ਮਾਂ ਆਪਣੇ ਬੇਟੇ ਦੇ ਪ੍ਰਤੀ ਇਹ ਕਹਿੰਦੀ ਕਿ ਬੇਟਾ ਮੈਂ ਤੇਰਾ ਨਾਮ ਹੀ ਜੇਠਾ ਨਹੀਂ ਰੱਖਿਆ, ਇੱਕ ਦਿਨ ਮੈਂ ਤੈਨੂੰ ਇੰਨਾ ਵੱਡਾ ਬਣਾ ਦਿਆਂਗੀ, ਇੰਨਾ ਵੱਡਾ ਬਣਾ ਦਿਆਂਗੀ ਕਿ ਸਾਰੀ ਸ੍ਰਿਸ਼ਟੀ ਤੇਰੇ ਅੱਗੇ ਕਦਮਾਂ ਦੇ ਵਿੱਚ ਝੁਕਿਆ ਕਰੇਗੀ। ਪਰ ਕਹਿੰਦੇ 2 ਸਾਲ ਦੇ ਹੋਏ, ਕਹਿੰਦੇ ਘਰ ਦੇ ਵਿੱਚ ਰੋਣਾ ਪਿੱਟਣਾ ਪਿਆ। 2 ਸਾਲ ਦੇ ਬੱਚੇ ਨੂੰ ਤਾਂ ਕੁਝ ਪਤਾ ਹੀ ਨਹੀਂ ਹੁੰਦਾ। ਰੋਣਾ ਪਿੱਟਣਾ ਸੁਣ ਕੇ ਕਹਿੰਦੇ ਜਦੋਂ ਥੋੜਾ ਬਾਹਰ ਵਿਹੜੇ ਦੇ ਵਿੱਚ ਆਏ, ਦੇਖਿਆ ਕੋਈ ਲੇਟਿਆ ਹੋਇਆ ਹੈ, ਉੱਪਰ ਚਾਦਰ ਪਾਈ ਹੋਈ ਹੈ। ਜੇਠਾ ਜੀ ਨੂੰ ਇਹ ਵੀ ਨਹੀਂ ਸੀ ਪਤਾ ਕਿ ਇਹ ਮੇਰੀ ਮਾਂ ਹੈ। ਕਹਿੰਦੇ ਜੇਠਾ ਜੀ ਨੇ ਚੱਦਰ ਚੁੱਕੀ ਮੁਖੜੇ ਦੇ ਉੱਪਰੋਂ, ਤਾਂ ਜਦੋਂ ਦੇਖਿਆ ਮਾਂ ਹੈ, ਕਹਿੰਦੇ ਗਲਵੱਕੜੀ ਪਾ ਲਈ ਜੇਠਾ ਜੀ ਨੇ। ਕਹਿਣ ਲੱਗੇ ਮਾਂ ਸੁੱਤੀ ਪਈ ਹੈ, ਤੂੰ ਧੁੱਪ ਦੇ ਵਿੱਚ ਕਿਉਂ ਸੁੱਤੀ ਪਈ ਹੈ? ਮਾਂ ਨੇ ਕੋਈ ਜਵਾਬ ਨਾ ਦਿੱਤਾ। ਜੇਠਾ ਜੀ ਨੂੰ ਕੋਈ ਇਹ ਵੀ ਨਹੀਂ ਸੀ ਪਤਾ ਕਿ ਕੋਈ ਮਰ ਜਾਂਦਾ ਹੈ ਤੇ ਕਿਸ ਤਰ੍ਹਾਂ ਦਾ ਉਹ ਸਭ ਹਾਲਾਤ ਹੁੰਦੇ ਹਨ। ਆ ਕੇ ਕਹਿੰਦੇ ਪਿਤਾ ਹਰੀਦਾਸ ਜੀ ਨੇ ਮੋਢਿਆਂ ਤੋਂ ਪਕੜਿਆ, ਕਹਿਣ ਲੱਗੇ ਬੇਟਾ ਤੇਰੀ ਮਾਂ ਇਸ ਸੰਸਾਰ 'ਚੋਂ ਚਲੀ ਗਈ ਹੈ, ਇਹ ਤੈਨੂੰ ਵੀ ਛੱਡ ਕੇ ਚਲੀ ਗਈ, ਇਹ ਮੈਨੂੰ ਵੀ ਛੱਡ ਕੇ ਚਲੀ ਗਈ ਬੇਟਾ, ਹੁਣ ਇਹ ਮੁੜ ਵਾਪਸ ਨਹੀਂ ਆਏਗੀ। ਕਹਿੰਦੇ ਜੇਠਾ ਜੀ ਥੋੜੀ ਹੋਰ ਘੁੱਟ ਕੇ ਗੱਲ ਵਕੜੀ ਪਾ ਲਈ। ਕਹਿੰਦੇ ਮਾਂ ਤੂੰ ਤਾਂ ਕਹਿੰਦੀ ਸੀ ਕਿ ਮੈਂ ਤੇਰਾ ਨਾਮ ਹੀ ਜੇਠਾ ਨਹੀਂ ਰੱਖਿਆ, ਮੈਂ ਤੈਨੂੰ ਜੇਠਾ ਸ੍ਰੇਸ਼ਟ ਵੱਡਾ ਬਣਾ ਕੇ ਜਾਵਾਂਗੀ, ਪਰ ਮਾਂ ਤੂੰ ਤਾਂ ਮੈਨੂੰ ਸਰੀਰ ਕਰਕੇ ਵੀ ਵੱਡਾ ਨਹੀਂ ਕੀਤਾ ਹੈ, ਸੰਸਾਰ ਦੇ ਵਿੱਚੋਂ ਚਲੀ ਗਈ ਹੈ। ਕਹਿੰਦੇ ਪਿਤਾ ਹਰੀਦਾਸ ਜੀ ਦੇ ਨਾਲ ਉਂਗਲ ਪਕੜ ਕੇ ਸ਼ਮਸ਼ਾਨ ਘਾਟ ਤੱਕ ਗਏ, ਮਾਤਾ ਦਾ ਸੰਸਕਾਰ ਕੀਤਾ। ਕਹਿੰਦੇ ਪਿਤਾ ਹਰੀਦਾਸ ਜੀ ਨੇ ਮਾਂ ਵਾਲਾ ਵੀ ਲਾਡ ਲਡਾਇਆ, ਪਿਓ ਵਾਲਾ ਵੀ ਲਾਡ ਲਡਾਇਆ, ਉਹਨਾਂ ਨੂੰ ਪਾਲਣਾ ਪੋਸ਼ਣਾ ਸ਼ੁਰੂ ਕੀਤੀ। 7 ਸਾਲ ਦੇ ਹੋਏ ਸਤਸੰਗੀ ਜਨੋਂ, ਕਹਿੰਦੇ ਇੱਕ ਦਿਨ ਸਵੇਰ ਜਦੋਂ ਉੱਠੇ, ਕਹਿੰਦੇ ਉਨੇ ਸਮੇਂ ਦੇ ਵਿੱਚ ਪਿਤਾ ਹਰੀਦਾਸ ਜੀ ਨੇ ਉਹਨਾਂ ਨੂੰ ਕੁਝ ਕੰਮ ਕਰਨਾ ਸਿਖਾ ਦਿੱਤਾ ਸੀ। ਚਾਹ ਬਣਾਉਣੀ ਸਿਖਾ ਦਿੱਤੀ ਸੀ, ਘਰ ਦੀ ਥੋੜੀ ਸਫਾਈ ਕਰਨੀ ਸਿਖਾ ਦਿੱਤੀ ਸੀ, ਕਿਵੇਂ ਕਿਵੇਂ ਘਰ ਦੇ ਵਿੱਚ ਚੀਜ਼ਾਂ ਸੰਭਾਲਣੀਆਂ ਹਨ ਉਸ ਦੀ ਸਭ ਕਾਸੇ ਦੀ ਸਿਖਲਾਈ ਦੇ ਦਿੱਤੀ ਸੀ। ਅੱਜ ਕਹਿੰਦੇ ਜਦੋਂ ਜੇਠਾ ਜੀ ਸਵੇਰ ਉੱਠੇ ਤੇ ਪਿਤਾ ਹਰੀਦਾਸ ਜੀ ਅਜੇ ਨਹੀਂ ਸਨ ਉੱਠੇ। ਮਨ ਦੇ ਵਿੱਚ ਆਇਆ ਪਿਤਾ ਜੀ ਦੁਕਾਨ ਤੋਂ ਲੇਟ ਆਉਂਦੇ ਹਨ, ਥੱਕ ਗਏ ਹੋਣਗੇ, ਇਸ ਕਰਕੇ ਅੱਜ ਇਹ ਸੁੱਤੇ ਪਏ ਨਹੀਂ ਉੱਠੇ। ਕਹਿੰਦੇ ਚਾਹ ਬਣਾਈ, ਥੋੜੀ ਸਫਾਈ ਕੀਤੀ। ਕਹਿੰਦੇ ਆਏ ਪਿਤਾ ਜੀ ਦੇ ਬਿਸਤਰ ਦੇ ਕੋਲ ਆ ਕੇ ਚਰਨਾਂ ਤੋਂ ਪਕੜਿਆ ਤੇ ਕਿਹਾ ਪਿਤਾ ਜੀ ਇੰਨੀ ਦੇਰ ਤੱਕ ਸੁੱਤੇ ਪਏ ਹੋ, ਹੁਣ ਤਾਂ ਉੱਠ ਜਾਵੋ, ਦੇਖੋ ਤੁਹਾਡੇ ਬੇਟੇ ਜੇਠੇ ਨੇ ਕੁਝ ਕੰਮ ਵੀ ਕਰ ਲਿਆ ਹੈ, ਮੈਂ ਤਾਂ ਤੁਹਾਡੇ ਲਈ ਚਾਹ ਬਣਾ ਕੇ ਲੈ ਕੇ ਆਇਆ ਹਾਂ। ਕਹਿੰਦੇ ਜਦੋਂ ਇੱਕ ਵਾਰੀ ਹਿਲਾਇਆ, ਕਹਿੰਦੇ ਦੂਜੀ ਵਾਰੀ ਹਿਲਾਇਆ,
ਕਹਿਣ ਲੱਗੇ ਪਿਤਾ ਜੀ ਤੁਸੀਂ ਤਾਂ ਮੈਨੂੰ ਇੱਕ ਆਵਾਜ਼ ਮਾਰਦੇ ਸੀ ਤਾਂ ਮੈਂ ਤਾਂ ਉੱਠ ਕੇ ਬੈਠ ਜਾਂਦਾ ਸੀ, ਪਰ ਤੁਸੀਂ ਤਾਂ ਮੈਨੂੰ ਬਾਰ-ਬਾਰ ਆਵਾਜ਼ਾਂ ਮਾਰੀ ਜਾ ਰਹੇ ਹਾਂ ਮੈਂ ਤੁਹਾਨੂੰ, ਤੁਸੀਂ ਕਿਉਂ ਨਹੀਂ ਉੱਠਦੇ? ਕਹਿੰਦੇ ਜਦੋਂ ਜਾ ਕੇ ਉਹਨਾਂ ਨੇ ਨੇੜੇ ਗਏ ਚਿਹਰੇ ਦੇ ਤਾਂ ਮਾਂ ਦੀ ਹਾਲਾਤ ਮੌਤ ਦੇ ਵਕਤ ਦੇਖ ਚੁੱਕੇ ਸਨ। ਕਹਿੰਦੇ ਜਦੋਂ ਚਿਹਰੇ ਦੇ ਨੇੜੇ ਜਾ ਕੇ ਦੇਖਿਆ ਤੇ ਜੱਫੀ ਪਾ ਲਈ ਤੇ ਭੂਬਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ 7 ਸਾਲ ਦੀ ਉਮਰ ਦੇ ਵਿੱਚ ਹੀ ਸਤਸੰਗੀ ਜਨੋਂ ਪਿਤਾ ਜੀ ਦਾ ਵੀ ਦੇਹਾਂਤ ਹੋ ਗਿਆ। ਨਾਨੀ ਆਈ ਸੀ ਪਰਚੌਣੀ ਕਰਨ ਦੇ ਵਾਸਤੇ। ਕਹਿੰਦੇ ਜਦੋਂ 15-20 ਦਿਨ ਕਹਿੰਦੇ ਬਤੀਤ ਹੋਏ ਤਾਂ ਇੱਕ ਦਿਨ ਨਾਨੀ ਕਹਿਣ ਲੱਗੀ ਕਿ ਬੇਟਾ ਹੁਣ ਆਪਾਂ ਬਾਸਰ ਕੇ ਚੱਲੀਏ। ਜੇਠਾ ਜੀ ਕਹਿੰਦੇ ਕਿਉਂ ਮਾਂ? ਕਿਉਂ ਨਾਨੀ ਮਾਂ? ਬਾਸਰ ਕੇ ਕਿਉਂ ਜਾਣਾ ਹੈ? ਆਪਾਂ ਇੱਥੇ ਕਿਉਂ ਨਹੀਂ ਰਹਿਣਾ? ਬੇਟਾ ਮੈਂ ਬੜੇ ਦਿਨ 15-20 ਦਿਨ ਉਡੀਕਦੀ ਰਹੀ ਕਿ ਸ਼ਾਇਦ ਤੇਰੇ ਦਾਦਾ ਜੀ ਤੇਰੇ ਕੋਲ ਆਣਗੇ। ਬੇਟਾ ਮੈਂ ਉਡੀਕਦੀ ਰਹੀ ਕਿ ਸ਼ਾਇਦ ਤੁਹਾਡੇ ਸ਼ਰੀਕ ਰਿਸ਼ਤੇਦਾਰ ਤੇਰਾ ਪਤਾ ਕਰਨ ਵਾਸਤੇ ਆਣਗੇ, ਕੋਈ ਆ ਕੇ ਮੈਨੂੰ ਇਹ ਗੱਲ ਕਹੇਗਾ ਕਿ ਜੇਠੇ ਦੀ ਪਾਲਣਾ ਪੋਸ਼ਣਾ ਅਸੀਂ ਕਰਾਂਗੇ, ਇਹਦੀ ਦੇਖ ਰੇਖ ਅਸੀਂ ਕਰਾਂਗੇ, ਪਰ ਬੇਟਾ ਤੈਨੂੰ ਪੁੱਛਣ ਦੇ ਵਾਸਤੇ ਕੋਈ ਵੀ ਨਹੀਂ ਆਇਆ। ਇਸ ਵਾਸਤੇ ਮੈਂ ਤੈਨੂੰ ਇਸ ਹਾਲਾਤ ਦੇ ਵਿੱਚ ਇਕੱਲਿਆਂ ਤਾਂ ਛੱਡ ਕੇ ਨਹੀਂ ਜਾ ਸਕਦੀ। ਇਸ ਵਾਸਤੇ ਬੇਟਾ ਜੇਠਾ ਤੂੰ ਮੇਰੇ ਨਾਲ ਚੱਲ। ਮੈਂ ਆਪ ਜੀ ਨੂੰ ਬੇਨਤੀ ਕਰਾਂ ਸਤਸੰਗੀ ਜਨੋਂ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਕਿ ਲਾਹੌਰ ਸ਼ਹਿਰ ਦੇ ਵਿੱਚ ਕੋਈ ਕਿਸੇ ਬੱਚੇ ਨੂੰ 2 ਪ੍ਰਸ਼ਾਦੇ ਨਹੀਂ ਸੀ ਦੇ ਸਕਦਾ। ਕੋਈ ਐਸੀ ਗੱਲ ਨਹੀਂ ਸੀ ਕਿ ਲਾਹੌਰ ਸ਼ਹਿਰ ਦੇ ਅੰਦਰ ਜਿਹੜੇ ਸ਼ਰੀਕ ਸਨ ਉਹ ਉਹਨਾਂ ਦੇ ਕੱਪੜਿਆਂ ਦੀ ਪੂਰਤੀ ਨਹੀਂ ਸਨ ਕਰ ਸਕਦੇ। ਪਰ ਸਤਸੰਗੀ ਜਨੋਂ ਕਿਉਂਕਿ ਲੋਕਾਂ ਨੇ ਜੇਠਾ ਜੀ ਨੂੰ ਮਨਹੂਸ ਕਰਕੇ ਜਾਣਿਆ, ਉਹਨਾਂ ਦੇ ਮਨ ਦੇ ਵਿੱਚ ਇਹ ਆ ਗਈ ਕਿ ਇਹਦਾ ਤਾਂ ਮੂੰਹ ਦੇਖਣਾ ਹੀ ਭੈੜਾ ਹੈ ਕਿ ਜਿਹੜਾ 2 ਸਾਲ ਦਾ ਹੋਇਆ ਮਾਂ ਨੂੰ ਲੈ ਬੈਠਾ, ਜਿਹੜਾ 7 ਸਾਲ ਦਾ ਹੋਇਆ ਪਿਓ ਨੂੰ ਲੈ ਬੈਠਾ, ਅਸੀਂ ਇਸ ਨਾਲ ਸੰਬੰਧ ਜੋੜਾਂਗੇ ਤਾਂ ਇਸ ਦੇ ਦੁੱਖੜੇ ਕਿਤੇ ਸਾਡੇ ਘਰਾਂ ਦੇ ਵਿੱਚ ਨਾ ਆ ਜਾਣ। ਕਹਿੰਦੇ ਨਾਨੀ ਮਾਂ ਲੈ ਕੇ ਬਾਸਰ ਕੇ ਆ ਗਈ। ਕਹਿਣ ਲੱਗੀ ਮਾਂ ਦਾ ਨਾਨੀ ਮਾਂ ਕਹਿੰਦੀ ਬੇਟਾ ਨਾਨਕਿਆਂ ਦੇ ਵਿੱਚ ਵੀ ਕੋਈ ਜ਼ਿਆਦਾ ਅੱਛੇ ਹਾਲਾਤ ਨਹੀਂ ਹਨ, ਕਿਉਂਕਿ ਤੇਰੇ ਨਾਨਾ ਜੀ ਵੀ ਇਸ ਵਕਤ ਨਹੀਂ ਹਨ, ਤੇਰੇ ਮਾਮਾ ਜੀ ਵੀ ਇਸ ਵਕਤ ਨਹੀਂ ਹਨ। ਚੱਲ ਜਿਸ ਤਰ੍ਹਾਂ ਦਾ ਪੇਟ ਦੀ ਪੂਰਤੀ ਮੈਂ ਕਰਾਂਗੀ ਉਸੇ ਤਰ੍ਹਾਂ ਦਾ ਤੂੰ ਵੀ ਮੇਰੇ ਨਾਲ ਰਹੀ ਜੀ। ਕਹਿੰਦੇ ਨਾਨੀ ਲੈ ਕੇ ਕਹਿੰਦੇ 7 ਸਾਲ ਦਿਆਂ ਨੂੰ ਕਹਿੰਦੇ ਬਾਸਰ ਕੇ ਆ ਗਈ। ਜਿਹੜਾ ਬਾਸਰ ਕੇ ਨਗਰ ਹੈ ਸਤਸੰਗੀ ਜਨੋਂ ਉਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਨਗਰ ਹੈ। ਤੇ ਜਦੋਂ ਕਹਿੰਦੇ ਜੇਠਾ ਜੀ ਉੱਥੇ ਪਹੁੰਚੇ, ਨਾਨੀ ਲੈ ਕੇ ਆਈ, ਆਂਢ ਗੁਆਂਢ ਦੇ ਜਿਹੜੇ ਲੋਕੀ ਸਨ ਉਹ ਅਫਸੋਸ ਕਰਨ ਦੇ ਵਾਸਤੇ ਆਏ। ਕਹਿੰਦੇ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਅਜੇ ਗੁਰਿਆਈ ਨਹੀਂ ਮਿਲੀ, ਜਿਹੜੇ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਸੇਵਾ ਦੇ ਵਿੱਚ ਤਤਪਰ ਹਨ, ਕਹਿੰਦੇ ਜਦੋਂ ਉਹ ਆਪਣੇ ਨਗਰ ਆਏ ਉਹਨਾਂ ਨੂੰ ਵੀ ਪਤਾ ਲੱਗਿਆ ਕਿ ਇਸ ਤਰ੍ਹਾਂ ਕਰਕੇ ਸਾਡੇ ਜੋ ਇਸ ਨਗਰ ਦੀ ਬੱਚੀ ਸੀ ਉਸ ਦੇ ਪਤੀ ਦਾ ਵੀ ਦੇਹਾਂਤ ਹੋ ਗਿਆ, ਉਸ ਦਾ ਵੀ ਦੇਹਾਂਤ ਹੋ ਗਿਆ। ਉਹਨਾਂ ਦਾ ਛੋਟਾ ਜਿਹਾ ਜਿਹੜਾ ਬੱਚਾ ਹੈ ਉਹਨਾਂ ਨੂੰ ਨਾਨੀ ਮਾਂ ਲੈ ਕੇ ਇੱਥੇ ਆਈ ਹੈ। ਕਹਿੰਦੇ ਅਮਰਦਾਸ ਜੀ ਵੀ ਉਸ ਵਕਤ ਆਏ। ਕਹਿੰਦੇ ਜਦੋਂ ਅਮਰਦਾਸ ਜੀ ਨੇ ਉਸ ਬੱਚੇ ਦੀਆਂ ਮਸਤਕ ਦੀਆਂ ਰੇਖਾਵਾਂ ਦੇਖੀਆਂ ਤੇ ਨਾਨੀ ਦੇ ਸਿਰ ਦੇ ਉੱਪਰ ਹੱਥ ਰੱਖ ਕੇ ਇਹ ਗੱਲ ਕਹੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਭਗਤ ਜੀ ਨੇ ਇਹ ਗੱਲ ਕਹੀ ਕਿ ਮਾਂ ਇੱਕ ਗੱਲ ਦਾ ਧਿਆਨ ਰੱਖੀ ਕਿ ਇਹ ਬੱਚਾ ਇੱਕ ਦਿਨ ਇੰਨਾ ਵੱਡਾ ਬਣ ਜਾਏਗਾ, ਇੰਨਾ ਵੱਡਾ ਬਣ ਜਾਏਗਾ ਕਿ ਸਾਰੀ ਸ੍ਰਿਸ਼ਟੀ ਇਸ ਦੇ ਕਦਮਾਂ ਤੇ ਆ ਕੇ ਝੁਕਿਆ ਕਰੇਗੀ। ਕਹਿੰਦੇ ਸਤਸੰਗੀ ਜਨੋਂ 10 ਸਾਲ ਗੁਰੂ ਰਾਮਦਾਸ ਜੀ ਜੇਠਾ ਜੀ ਬਾਸਰ ਕੇ ਨਗਰ ਦੇ ਵਿੱਚ ਰਹੇ ਅਤੇ ਇਤਿਹਾਸ ਤੁਸੀਂ ਸਰਵਣ ਕੀਤਾ ਕਿ ਕਿਸ ਤਰ੍ਹਾਂ ਕਰਕੇ ਨਾਨੀ ਮਾਂ ਨੇ ਗੁਜ਼ਾਰਾ ਕਰਨ ਦੇ ਵਾਸਤੇ ਘੁੰਗਣੀਆਂ ਦੇ ਦਿੱਤੀਆਂ। ਘੁੰਗਣੀਆਂ ਵੇਚਦੇ, ਪੈਸੇ ਵਟਕ ਲੈ ਕੇ ਆਂਦੇ, ਨਾਨੀ ਮਾਂ ਨੂੰ ਦਿੰਦੇ, ਅਗਲੇ ਦਿਨ ਫਿਰ ਘੁੰਗਣੀਆਂ ਤਿਆਰ ਹੁੰਦੀਆਂ, ਫਿਰ ਲੈ ਜਾਂਦੀਆਂ। ਕਲਦਾਸ ਨੇ ਥੋੜਾ ਜਿਹਾ ਦ੍ਰਿਸ਼ਟਾਂਤ ਦਿੱਤਾ ਸੀ ਕਿ ਅੱਜ ਜਦੋਂ ਘੁੰਗਣੀਆਂ ਛਾਪੇ ਦੇ ਵਿੱਚ ਪਾ ਕੇ ਸਿਰ ਤੇ ਰੱਖ ਕੇ ਜਦੋਂ ਨਿਕਲੇ ਵੇਚਣ ਵਾਸਤੇ ਤੇ ਆਵਾਜ਼ਾਂ ਦਿੰਦੇ ਜਾਂਦੇ ਹਨ ਘੁੰਗਣੀਆਂ ਲੈ ਲਓ, ਘੁੰਗਣੀਆਂ ਲੈ ਲਓ। ਕਹਿੰਦੇ ਪਿੱਛੋਂ ਕਿਸੇ ਨੇ ਆਵਾਜ਼ ਮਾਰੀ ਕਿ ਪੁੱਤਰਾ, ਕਹਿੰਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੇਠਾ ਜੀ ਦੇ ਮਨ 'ਚ ਆਇਆ ਕਿ ਕਿਸੇ ਹੋਰ ਨੂੰ ਆਵਾਜ਼ ਮਾਰੀ ਹੋਏਗੀ। ਮੈਨੂੰ ਤਾਂ ਅੱਜ ਤੱਕ ਜਦੋਂ ਦਾ ਮੈਂ ਇਸ ਬਾਸਰਕੇ ਦੇ ਵਿੱਚ ਆਇਆ ਕਿਸੇ ਨੇ ਵੀ ਪੁੱਤਰ ਕਰਕੇ ਆਵਾਜ਼ ਨਹੀਂ ਮਾਰੀ ਹੈ। ਕਹਿੰਦੇ ਜਦੋਂ ਫਿਰ ਤੁਰਦੇ ਗਏ ਆਪਣੀ ਮੱਧਮ ਚਾਲ ਦੇ ਵਿੱਚ, ਕਹਿੰਦੇ ਫਿਰ ਪਿੱਛੋਂ ਆਵਾਜ਼ ਆਈ ਘੁੰਗਣੀਆਂ ਵੇਚਣ ਵਾਲੇ ਪੁੱਤਰਾ, ਮੈਂ ਤੈਨੂੰ ਆਵਾਜ਼ ਮਾਰੀ ਹੈ। ਕਹਿੰਦੇ ਜਦੋਂ ਜੇਠਾ ਜੀ ਨੇ ਪਿੱਛੇ ਮੁੜ ਕੇ ਦੇਖਿਆ, ਸੰਤ ਰੇਣ ਜੀ ਸਨ, ਸੰਤਾਂ ਦੀ ਮੰਡਲੀ ਸੀ। ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਮੈਨੂੰ ਹੀ ਆਵਾਜ਼ ਮਾਰਦੇ ਹਨ। ਕਹਿੰਦੇ ਜਦੋਂ ਉਹਨਾਂ ਦੇ ਕੋਲ ਗਏ, ਸੰਤ ਰੇਣ ਜੀ ਕਹਿਣ ਲੱਗੇ ਬੇਟਾ ਸਾਨੂੰ ਭੁੱਖ ਲੱਗੀ ਹੈ,
ਅਸੀਂ ਵਿਰਕਤ ਸਾਧੂ ਹਾਂ ਤੇ ਇਸ ਕਰਕੇ ਸਾਨੂੰ ਘੁੰਗਣੀਆਂ ਖਵਾ ਦੇ। ਕਹਿੰਦੇ ਜੇਠਾ ਜੀ ਕਹਿਣ ਲੱਗੇ ਹਾਂ ਤੁਸੀਂ ਘੁੰਗਣੀਆਂ ਖਾਵੋ। ਕਹਿੰਦੇ ਜਿਹੜੀ ਸਾਧੂਆਂ ਦੀ ਮੰਡਲੀ ਸੀ, ਜਿਹੜੇ ਮੇਨ ਸਾਧੂ ਸਨ, ਉਹ ਕਹਿੰਦੇ ਬੇਟਾ ਅਸੀਂ 3-4 ਦਿਨਾਂ ਦੇ ਭੁੱਖੇ ਹਾਂ, ਇਸ ਵਾਸਤੇ ਜਿਹੜੇ ਮੇਰੇ ਬਾਕੀ ਦੇ ਵੀ ਸੰਤ ਮੰਡਲੀ ਹੈ ਇਹਨਾਂ ਸਾਰਿਆਂ ਨੂੰ ਘੁੰਗਣੀਆਂ ਖਵਾ ਦੇ। ਕਹਿੰਦੇ ਥੋੜੇ ਸਮੇਂ ਦੇ ਵਿੱਚ ਹੀ ਕਹਿੰਦੇ ਜੇਠਾ ਜੀ ਨੇ ਸਾਰੀਆਂ ਘੁੰਗਣੀਆਂ ਸਾਧੂਆਂ ਨੂੰ ਖਵਾ ਦਿੱਤੀਆਂ। ਕਹਿੰਦੇ ਜਦੋਂ ਖਵਾਈਆਂ, ਹੁਣ ਜੇਠਾ ਜੀ ਦੇਖਦੇ ਹਨ, ਕਹਿੰਦੇ ਜਿਹੜੇ ਸੰਤ ਰੇਣ ਜੀ ਸਨ ਉਹ ਕਹਿਣ ਲੱਗੇ ਬੇਟਾ ਅਸੀਂ ਵਿਰਕਤ ਸਾਧੂ ਹਾਂ, ਅਸੀਂ ਆਪਣੇ ਕੋਲ ਪੈਸਾ ਨਹੀਂ ਰੱਖਦੇ, ਇਸ ਵਾਸਤੇ ਬੇਟਾ ਤੂੰ ਸਾਨੂੰ ਭੋਜਨ ਕਰਾਇਆ ਹੈ, ਤੂੰ ਸਾਨੂੰ ਘੁੰਗਣੀਆਂ ਖਵਾਈਆਂ ਹਨ। ਇੱਕ ਗੱਲ ਦਾ ਧਿਆਨ ਰੱਖੀ ਕਿ ਤੇਰਾ ਇਹ ਅਸੀਂ ਹਿਸਾਬ ਕਿਤਾਬ ਚੁਕਾਵਾਂਗੇ ਅਤੇ ਵਿਆਜ ਸਮੇਤ ਚੁਕਾਵਾਂਗੇ ਬੇਟਾ, ਇਸ ਗੱਲ ਦਾ ਧਿਆਨ ਰੱਖੀ। ਦਾਸ ਆਪ ਜੀ ਨੂੰ ਬੇਨਤੀ ਕਰੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤਾਂ ਹੀ ਆਪਣੇ ਬਚਨਾਂ ਦੇ ਵਿੱਚ ਇਹ ਗੱਲ ਕਹੀ ਹੈ, ਦਿੱਤਾ ਲਈਏ ਆਪਣਾ ਅਨ ਦਿੱਤਾ ਕੁਛ ਹੱਥ ਨਾ ਆਵੇ। ਕਹਿੰਦੇ ਜਦੋਂ ਕਹਿੰਦੇ 10 ਸਾਲ ਦੇ ਹੋ ਗਏ ਸਨ ਨਾ ਸਤਸੰਗੀ ਜਨੋਂ, ਕਹਿੰਦੇ ਇੱਕ ਦਿਨ ਪਤਾ ਕੀ ਹੋਇਆ, ਕਹਿੰਦੇ ਉਹਨੇ ਦਿਨਾਂ ਦੇ ਵਿੱਚ ਮਾਂ ਬਾਪ ਦਾ ਜਿਹੜਾ ਦੇਹਾਂਤ ਸੀ, ਮੌਤ ਸੀ, ਉਹ ਥੋੜਾ ਜਿਹਾ ਭੁੱਲ ਗਏ ਸਨ। ਕਿਉਂਕਿ ਜਿਹੜੀ ਸਮੇਂ ਦਾ ਗਾਇਬ ਹੈ ਨਾ ਸਤਸੰਗੀ ਜਨੋਂ, ਉਹ ਵੀ ਜ਼ਖਮਾਂ ਦੇ ਉੱਪਰ ਮੱਲਮ ਪੱਟੀ ਕਰ ਦਿੰਦਾ ਹੈ। ਇਨਸਾਨ ਨੂੰ ਸਮੇਂ ਦੇ ਮੁਤਾਬਕ ਦੁੱਖ ਵੀ ਭੁੱਲ ਜਾਂਦੇ ਹਨ। ਕਹਿੰਦੇ ਜਦੋਂ 10 ਸਾਲ ਦੇ ਹੋਏ, ਕਹਿੰਦੇ ਇੱਕ ਦਿਨ ਮਾਂ ਨੂੰ, ਨਾਨੀ ਮਾਂ ਨੂੰ ਕਹਿਣ ਲੱਗੇ, ਨਾਨੀ ਮਾਂ ਬਾਹਰ ਬੱਚੇ ਖੇਡਦੇ ਹਨ ਨਾ, ਮੈਂ ਥੋੜਾ ਉਹਨਾਂ ਨਾਲ ਖੇਡਿਆ ਵਾਂ। ਕਹਿੰਦੇ ਨਾਨੀ ਮਾਂ ਕਹਿਣ ਲੱਗੀ ਹਾਂ ਜੇਠਾ ਤੂੰ ਜਾ ਬੱਚਿਆਂ ਨਾਲ ਖੇਲ ਕੇ ਆ, ਥੋੜਾ ਮਨ ਪਰਚਾਵਾ ਕਰਕੇ ਆ। ਕਹਿੰਦੇ ਜਦੋਂ ਜੇਠਾ ਜੀ ਗਏ ਸਤਸੰਗੀ ਜਨੋਂ, ਥੋੜੀ ਦੇਰ ਤੋਂ ਬਾਅਦ 5-7 ਮਿੰਟ ਤੋਂ ਬਾਅਦ ਕਹਿੰਦੇ ਜਦੋਂ ਫਿਰ ਨਾਨੀ ਬੇੜੇ ਦੇ ਵਿੱਚ ਆਈ, ਉਹਨੇ ਦੇਖਿਆ ਕਿ ਜੇਠਾ ਜੀ ਤਾਂ ਮੰਜੀ ਤੇ ਬੈਠੇ ਹਨ, ਉਹਨਾਂ ਨੇ ਨੀਵੀਂ ਪਾਈ ਹੋਈ ਹੈ। ਨਾਨੀ ਮਾਂ ਨੇ ਕਿਹਾ ਜੇਠਾ ਤੂੰ ਤਾਂ ਖੇਡਣ ਗਿਆ ਸੀ, ਤੂੰ ਖੇਡਦਾ ਕਿਉਂ ਨਹੀਂ? ਕਹਿੰਦੇ ਜੇਠਾ ਜੀ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਕਹਿੰਦੇ ਨਾਨੀ ਮਾਂ ਮੈਂ ਤਾਂ ਖੇਡਣ ਗਿਆ ਸੀ, ਪਰ ਉਹਨਾਂ ਬੱਚਿਆਂ ਨੇ ਮੈਨੂੰ ਖਿਡਾਇਆ ਹੀ ਨਹੀਂ। ਕਹਿੰਦੇ ਨਾਨੀ ਮਾਂ ਕਹਿਣ ਲੱਗੀ ਬੇਟਾ ਤੂੰ ਨਵਾਂ ਆਇਆ ਹੈ ਨਾ, ਇਸ ਵਾਸਤੇ ਬੱਚੇ ਤੈਨੂੰ ਨਹੀਂ ਜਾਣਦੇ। ਕਹਿੰਦੇ ਜਦੋਂ ਨਾਨੀ ਮਾਂ ਨੇ ਇਹ ਗੱਲ ਕਹੀ ਨਾ, ਕਹਿੰਦੇ ਜੇਠਾ ਜੀ ਦੀਆਂ ਅੱਖਾਂ 'ਚ ਹੋਰ ਜਲ ਵਗ ਪਿਆ। ਕਹਿੰਦੇ ਨਹੀਂ ਮਾਂ, ਬੱਚੇ ਤਾਂ ਖਿਡਾਉਣ ਦੇ ਵਾਸਤੇ ਤਿਆਰ ਹੋ ਗਏ ਸਨ, ਪਰ ਉਹਨਾਂ ਬੱਚਿਆਂ ਦੀਆਂ ਮਾਵਾਂ ਆਈਆਂ, ਉਹ ਉਹਨਾਂ ਨੂੰ ਬਾਂਹ ਤੋਂ ਪਕੜ ਕੇ ਲੈ ਗਈਆਂ ਕਿ ਇਸ ਜੇਠੇ ਦਾ ਤਾਂ ਮੂੰਹ ਦੇਖਣਾ ਚੰਗੀ ਗੱਲ ਨਹੀਂ ਹੈ, ਤੁਸੀਂ ਇਹਨਾਂ ਦੇ ਨਾਲ ਨਹੀਂ ਖੇਡਣਾ। ਕਹਿੰਦੇ ਨਾਨੀ ਮਾਂ ਨੇ ਫਿਰ ਛਾਤੀ ਨਾਲ ਲਗਾਇਆ, ਹੌਸਲਾ ਦਿੱਤਾ ਸਤਸੰਗੀ ਜਨੋਂ। ਕਹਿੰਦੇ ਉਤਨੇ ਦੇਰ ਨੂੰ ਜਿਹੜੀ ਬਾਸਰਕੇ ਦੀ ਸੰਗਤ ਸੀ ਨਾ, ਕਹਿੰਦੇ ਉਹ ਖਡੂਰ ਸਾਹਿਬ ਜਾਂਦੀ ਸੀਗੀ। ਕਹਿੰਦੇ ਉਦੋਂ ਨੂੰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਗੁਰੂ ਰਾਮ ਅਮਰਦਾਸ ਸੱਚੇ ਪਾਤਸ਼ਾਹ ਨੂੰ ਇਹ ਹੁਕਮ ਕਰ ਦਿੱਤਾ ਕਿ ਤੁਸੀਂ ਗੋਇੰਦਵਾਲ ਸਾਹਿਬ ਵਸਾਣਾ ਸ਼ੁਰੂ ਕਰੋ। ਕਹਿੰਦੇ ਹੁਣ ਜਿਹੜੀਆਂ ਸੰਗਤਾਂ ਸਨ ਉਹ ਗੋਇੰਦਵਾਲ ਵਿਖੇ ਜਾਂਦੀਆਂ, ਉਹਨਾਂ ਸੰਗਤਾਂ ਦੇ ਨਾਲ ਕਦੀ ਕਦੀ ਜੇਠਾ ਜੀ ਵੀ ਚਲੇ ਜਾਂਦੇ। ਕਹਿੰਦੇ ਜਾ ਕੇ ਸੇਵਾ ਕਮਾਉਂਦੇ। ਕਹਿੰਦੇ ਜਦੋਂ ਜੱਥਾ ਵਾਪਸ ਆਂਦਾ, ਵਾਪਸ ਆ ਜਾਂਦੇ। ਪਰ ਕਹਿੰਦੇ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਸਨ 1552 ਦੇ ਵਿੱਚ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਗੁਰਿਆਈ ਦੇ ਦਿੱਤੀ, ਉਸ ਦਿਨ ਤੋਂ ਬਾਅਦ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਹਮੇਸ਼ਾ ਲਈ ਜੇਠਾ ਜੀ ਨੂੰ ਆਪਣੇ ਕੋਲ ਰੱਖ ਲਿਆ। ਕਹਿੰਦੇ ਜਦੋਂ ਕੋਲ ਰੱਖਿਆ, ਹੁਣ ਜੇਠਾ ਜੀ ਕਹਿੰਦੇ ਤਤਪਰ ਰਹਿੰਦੇ ਸੇਵਾ ਦੇ ਵਿੱਚ। ਕਹਿੰਦੇ ਗੁਰਮੰਤਰ ਦਿੱਤਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ। ਇਤਿਹਾਸ ਵਿੱਚ ਲਿਖਿਆ ਹੈ ਕਿ ਗੁਰਮੰਤਰ ਲੈਣ ਤੋਂ ਪਹਿਲਾਂ ਉਹਨਾਂ ਦਾ ਨਾਮ ਜੇਠਾ ਜੀ ਹੀ ਰਿਹਾ ਸਤਸੰਗੀ ਜਨੋਂ। ਰਾਮਦਾਸ ਨਾਮ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਰੱਖਿਆ। ਕਹਿੰਦੇ ਹੁਣ ਜਦੋਂ ਰਹਿਣਾ ਸ਼ੁਰੂ ਕਰ ਦਿੱਤਾ, ਸੇਵਾ ਕਰਦੇ, ਸਭ ਕੁਝ ਕਰਦੇ, ਸਨ 1553 ਦੇ ਵਿੱਚ ਰਾਮਦਾਸ ਸੱਚੇ ਪਾਤਸ਼ਾਹ ਦੀ ਸਤਸੰਗੀ ਨੂੰ ਸ਼ਾਦੀ ਬੀਬੀ ਭਾਨੀ ਜੀ ਦੇ ਨਾਲ ਹੋ ਗਈ। ਜਦੋਂ ਬੀਬੀ ਭਾਨੀ ਜੀ ਦੇ ਨਾਲ ਸ਼ਾਦੀ ਹੋਈ, ਹੁਣ ਮੈਂ ਆਪ ਜੀ ਨੂੰ ਇਹ ਵੀ ਤੇ ਬੇਨਤੀ ਕਰਦਿਆਂ ਸਤਸੰਗੀ ਨੂੰ 21 ਸਾਲ, ਕਿਉਂਕਿ ਸਨ 1574 ਦੇ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਨੂੰ ਗੁਰਿਆਈ ਦਿੱਤੀ ਸੀ। ਸਨ 1553 ਤੋਂ ਲੈ ਕੇ ਸਨ 1574 21 ਸਾਲ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਐਸੀ ਸੇਵਾ ਕੀਤੀ ਕਿ ਉਹਨਾਂ ਨੂੰ ਆਪਣੇ ਤਨ ਅਤੇ ਆਪਣੇ ਕਿਸੇ ਦੇ ਸਰੀਰ ਦੀ ਸੁੱਧ ਬੁੱਧ ਨਹੀਂ ਰਹੀ। ਜਿਹੜਾ ਕਿਸੇ ਪ੍ਰੇਮੀ ਨੇ ਲਿਖਿਆ ਕਿ ਸ਼ੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਨਾ ਉਹਨਾਂ ਨੂੰ ਆਪਣੇ ਸਰੀਰ ਦੀ ਸੁੱਧ, ਨਾ ਸਤਸੰਗੀ ਨੂੰ ਉਹਨਾਂ ਨੂੰ ਆਪਣੀ ਬੁੱਧੀ ਦੀ ਸੁੱਧ, ਨਾ ਉਹਨਾਂ ਨੂੰ ਆਪਣੀ ਸੋਚ ਦੀ ਸੁੱਧ। ਬਸ ਇੱਕੋ ਹੀ ਅੰਦਰ ਲਗਨ ਸੀ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਹਰ ਬਚਨ ਦੇ ਉੱਪਰ ਬਸ ਆਪਣੇ ਜੀਵਨ ਨੂੰ ਚਲਾਣਾ ਸਤਸੰਗੀ ਜਨੋਂ।
ਕਹਿੰਦੇ ਇੱਕ ਦਿਨ ਆ ਗਿਆ, ਕਿਉਂਕਿ ਇਤਿਹਾਸ ਬੜਾ ਲੰਬਾ ਸਤਸੰਗੀ ਜਨੋ, ਮੈਂ ਵਿੱਚੋਂ ਆਪ ਜੀ ਨੂੰ ਕੁਝ ਨੁਕਤੇ ਦੀਆਂ ਗੱਲਾਂ ਕਹਿੰਦਾ ਜਾਵਾਂ ਕਿ ਜਿਹੜੇ ਲੋਕ ਕਹਿੰਦੇ ਸਨ ਕਿ ਇਹ ਜੇਠੇ ਦਾ ਮੂੰਹ ਦੇਖਣਾ ਚੰਗੀ ਗੱਲ ਨਹੀਂ। ਸਤਸੰਗੀ ਜਨੋ, ਅੱਜ ਜਦੋਂ ਹਰਮੰਦਰ ਸਾਹਿਬ 'ਚ ਸਵੇਰੇ ਪ੍ਰਕਾਸ਼ ਹੁੰਦਾ ਨਾ, ਮੈਂ ਆਪ ਜੀ ਨੂੰ ਬੇਨਤੀ ਕਰਾਂ, ਉਦੋਂ ਲੱਖਾਂ ਕਰੋੜਾਂ ਸੰਗਤਾਂ ਖੜੀਆਂ ਹੋ ਕੇ ਉੱਥੇ ਹੱਥ ਜੋੜ ਕੇ ਬਚਨ ਆਖਦੀਆਂ ਹਨ, ਧਰਮਾਂ ਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕੁਵਾਰੇ। ਇਹ ਆਪਾਂ ਪੁਕਾਰਾਂ ਕਰਦੇ ਹਾਂ ਸਤਸੰਗੀ ਜਨੋ। ਜਿਹੜੇ ਲੋਕ ਕਹਿੰਦੇ ਸਨ ਜੇਠੇ ਦਾ ਮੂੰਹ ਦੇਖਣਾ ਚੰਗਾ ਨਹੀਂ ਹੈ, ਅੱਜ ਉਹਨਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦੇ ਵਾਸਤੇ ਕਿਵੇਂ ਤੜਪ ਲੈ ਕੇ ਜਾਂਦੀਆਂ ਹਨ। ਦੂਜੀ ਗੱਲ ਮੈਂ ਆਪ ਜੀ ਨੂੰ ਕਹਾਂ, ਜਦੋਂ ਜੇਠਾ ਜੀ ਲਾਹੌਰ ਸ਼ਹਿਰ ਦੇ ਵਿੱਚ ਆਪਣੇ ਘਰ ਨੂੰ ਤਾਲਾ ਲਾ ਕੇ ਆਏ ਸਨ ਸਤਸੰਗੀ ਜਨੋ, ਉਦੋਂ ਲੋਕੀ ਕਹਿੰਦੇ ਸਨ ਇਹ ਘਰ ਉੱਜੜ ਗਿਆ। ਪਰ ਮੈਂ ਅੱਜ ਬੇਨਤੀ ਕਰਾਂ ਸਤਸੰਗੀ ਨੂੰ, ਜਿਹੜੇ ਕਹਿੰਦੇ ਸਨ ਕਿ ਜੇਠੇ ਦਾ ਘਰ ਉੱਜੜ ਗਿਆ, ਜਿਹੜੇ ਕਹਿੰਦੇ ਸਨ ਹਰਿਦਾਸ ਜੀ ਦਾ ਘਰ ਉੱਜੜ ਗਿਆ, ਅੱਜ ਸਤਸੰਗੀ ਜਨੋ ਗੁਰੂ ਪਾਤਸ਼ਾਹ ਨੇ ਜਿਹੜੇ ਬਚਨ ਆਖਿਆ ਹਨ, ਡਿੱਠੇ ਸੱਪੇ ਥਾਮ ਨਹੀਂ ਤੁਧ ਜਿਆ, ਕਹਿੰਦੇ ਹੇ ਸੱਚੇ ਪਾਤਸ਼ਾਹ ਜਿਹੜਾ ਘਰ ਤੁਸੀਂ ਬਣਾ ਗਏ ਹੋ, ਕਹਿੰਦੇ ਇਸ ਤਰ੍ਹਾਂ ਦਾ ਘਰ ਤਾਂ ਕਿਤੇ ਨਜ਼ਰ ਨਹੀਂ ਆਉਂਦਾ। ਕਿਉਂ? ਕਹਿੰਦੇ ਬੱਧੋ ਪੁਰਖ ਬਦਾਤੇ ਤਾਂ ਤੂੰ ਸੋਇਆ, ਕਹਿੰਦੇ ਬੰਨਿਆ ਹੈ ਉਸ ਘਰ ਨੂੰ ਬੱਧੋ, ਕਹਿੰਦੇ ਕਿਹਨੇ ਬੱਧਿਆ ਹੈ? ਕਹਿੰਦੇ ਬੱਧੋ ਪੁਰਖ ਬਦਾਤੇ, ਕਹਿੰਦੇ ਅਕਾਲ ਪੁਰਖ ਪਰਮਾਤਮਾ ਨੇ ਆਪ ਉਸ ਘਰ ਦੀ ਸਿਰਜਣਾ ਕੀਤੀ ਹੈ। ਜਿਹੜੇ ਕਹਿੰਦੇ ਸਨ ਇਹ ਘਰ ਉੱਜੜ ਗਿਆ ਸਤਸੰਗੀ ਜਨੋ, ਅੱਜ ਉਸ ਦਾ ਘਰ ਇਸ ਤਰ੍ਹਾਂ ਦਾ ਹੈ ਕਿ ਜਿਹੜਾ ਪੂਰੀ ਦੁਨੀਆ ਵਿੱਚ ਕਿਸੇ ਦਾ ਘਰ ਨਹੀਂ ਹੈ, ਜਿਸ ਦੇ ਘਰ ਦੇ ਉੱਪਰ ਸੋਨਾ ਹੀ ਸੋਨਾ ਚੜਿਆ ਹੋਇਆ। ਜਿਹੜੇ ਇਨਸਾਨ ਕਹਿੰਦੇ ਸਨ ਕਿ ਇਹ ਜੇਠਿਆਂ ਦੇ ਕੱਪੜਿਆਂ ਦੀ ਕਿਹੜਾ ਪੂਰਤੀ ਕਰੇਗਾ, ਮੈਂ ਆਹ ਬੇਨਤੀ ਕਰਾਂ ਸਤਸੰਗੀ ਜਨੋ, ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਵਾਸਤੇ ਜਿਹੜੀਆਂ ਸੰਗਤਾਂ ਵਸਤਰ ਭੇਟ ਕਰਦੀਆਂ ਹਨ, ਉਹ 2.5 ਲੱਖ ਦੇ ਪੁਸ਼ਾਕੇ ਹੁੰਦੇ ਹਨ ਅਤੇ ਲਾਈਨ ਦੇ ਵਿੱਚ ਲੱਗੇ ਹੁੰਦੇ ਹਨ ਕਿ ਕਦੋਂ ਸਾਡੀ ਵਾਰੀ ਆਵੇ ਸਤਸੰਗੀ ਜਨੋ। ਜਿਹੜੇ ਇਨਸਾਨ ਕਹਿੰਦੇ ਸਨ ਕਿ ਜੇਠਾ ਪੇਟ ਕਿਵੇਂ ਭਰੇਗਾ, ਨਾ ਇਸ ਦਾ ਪਿਓ ਰਿਹਾ ਨਾ ਇਸ ਦੀ ਮਾਂ ਰਹੀ, ਇਹ ਕਿਵੇਂ ਪੇਟ ਦੀ ਪੂਰਤੀ ਕਰੇਗਾ। ਮੈਂ ਬੇਨਤੀ ਕਰਾਂ ਸਤਸੰਗੀ ਜਨੋ, ਅੱਜ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਦੇ ਲੰਗਰਾਂ ਦੇ ਵਿੱਚ ਜਾ ਕੇ ਤੁਸੀਂ ਦੇਖ ਲਓ ਕਿਤਨੀਆਂ ਸੰਗਤਾਂ ਪ੍ਰਸ਼ਾਦਾ ਛਕ ਕੇ ਆਪਣੀ ਪੇਟ ਦੀ ਪੂਰਤੀਆਂ ਕਰਦੀਆਂ ਹਨ ਤੇ ਕੀ ਜਪਦੀਆਂ ਜਾਂਦੇ ਹਨ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਇਹ ਜਪਦੀਆਂ ਜਾਂਦੀਆਂ ਹਨ। ਹੁਣ ਅਗਲੀ ਮੈਂ ਆਪ ਜੀ ਨੂੰ ਬੇਨਤੀ ਕਰਾਂ ਸਤਸੰਗੀ ਜਨੋ, ਜਿਹੜੇ ਇਨਸਾਨ ਕਹਿੰਦੇ ਸਨ ਕਿ ਇਹ ਤਾਂ ਅਨਪੜ੍ਹ ਰਹਿ ਗਿਆ, ਇਸ ਦੇ ਕੋਲ ਕੀ ਹੈ, ਕੁਛ ਵੀ ਨਹੀਂ ਕਰੇਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਸਤਸੰਗੀਆਂ ਨੂੰ ਕਦੀ ਪੜਚੋਲ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਿਹੜੀ ਬਾਣੀ ਉਚਾਰੀ ਉਹ 19 ਰਾਗਾਂ ਦੇ ਵਿੱਚ ਹੈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਜਿਹੜੇ ਸ਼ਲੋਕ ਉਚਾਰੇ ਉਹ 63 ਹਨ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਜਿਹੜੀ ਬਾਣੀ ਉਚਾਰੀ ਉਹ 17 ਰਾਗਾਂ ਵਿੱਚ ਹੈ। ਪਰ ਮੇਰੇ ਸੋਢੀ ਸੁਲਤਾਨ ਨੇ ਜਿਹੜੀ ਬਾਣੀ ਉਚਾਰੀ ਸਤਸੰਗੀ ਜਨੋ, ਉਹ ਸਾਰੇ ਰਾਗਾਂ ਵਿੱਚ 30 ਰਾਗਾਂ ਦੇ ਵਿੱਚ ਅੰਕਿਤ ਹੈ। ਜਿਹੜੇ ਕਹਿੰਦੇ ਸਨ ਕਿ ਇਹਨੇ ਤਾਂ ਕੋਈ ਪੜ੍ਹਾਈ ਨਹੀਂ ਕੀਤੀ ਹੋਈ ਸਤਸੰਗੀ ਜਨੋ, ਕਹਿੰਦੇ ਜਦੋਂ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਦੀ ਸ਼ਾਦੀ ਹੋ ਗਈ, ਕਹਿੰਦੇ ਸ਼ਾਦੀ ਤੋਂ ਬਾਅਦ ਕਹਿੰਦੇ ਇੱਕ ਦਿਨ ਪਤਾ ਕੀ ਹੋਇਆ, ਕਹਿੰਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਸਵੇਰੇ ਸਵੇਰੇ ਨਿਤਨੇਮ ਦੇ ਵਿੱਚੋਂ ਵਿਹੜੇ ਦੇ ਵਿੱਚ ਆਏ। ਕਹਿੰਦੇ ਬੀਬੀ ਭਾਨੀ ਜੀ ਝਾੜੂ ਦੇ ਰਹੇ ਸਨ। ਕਹਿੰਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਦੋਂ ਬਾਹਰ ਆਏ, ਕਹਿੰਦੇ ਬੀਬੀ ਭਾਨੀ ਜੀ ਨੇ ਮੱਥਾ ਟੇਕਿਆ। ਮੱਥਾ ਜਦੋਂ ਟੇਕਿਆ ਤੇ ਕਹਿੰਦੇ ਉਸ ਵਕਤ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ, ਬੇਟਾ ਭਾਨੀਏ, ਜੇ ਤੇਰਾ ਪਤੀ ਮਰ ਜਾਏ ਤਾਂ ਤੂੰ ਕੀ ਕਰੇਂਗੀ? ਇੱਕ ਬਾਪ ਆਪਣੀ ਬੱਚੀ ਨੂੰ ਇਹ ਗੱਲ ਕਹਿ ਰਿਹਾ ਸਤਸੰਗੀ ਜਨੋ। ਮੈਂ ਬੇਨਤੀ ਕਰਾਂ ਬੜੀ ਔਖੀ ਗੱਲ ਹੈ। ਕਹਿੰਦੇ ਬੀਬੀ ਭਾਨੀ ਜੀ ਨੇ ਪਤਾ ਕੀ ਕੀਤਾ, ਹੱਥ ਜੋੜੇ ਆਪਣਾ ਸਿਰ ਝੁਕਾ ਦਿੱਤਾ, ਮੁਖ ਤੋਂ ਕੁਛ ਨਾ ਬੋਲੇ, ਜਿਸ ਦਾ ਮਤਲਬ ਇਹ ਸੀ ਕਿ ਹੇ ਸੱਚੇ ਪਾਤਸ਼ਾਹ, ਜਿਵੇਂ ਤੁਸੀਂ ਮੈਨੂੰ ਰੱਖੋਗੇ ਤਿਵੇਂ ਹੀ ਮੈਂ ਉਸ ਰੱਬ ਦਾ ਭਾਣਾ ਮਿੱਠਾ ਕਰਕੇ ਮੰਨਾਂਗੀ। ਦਾਸ ਆਪ ਜੀ ਦੀ ਗਿਆਤ ਵਾਸਤੇ ਬੇਨਤੀ ਕਰਦੇ ਹੋਏ, ਬੀਬੀ ਭਾਨੀ ਜੀ ਦਾ ਪਹਿਲਾ ਨਾਮ ਮੋਹਣੀ ਸੀ ਸਤਸੰਗੀ ਜਨੋ, ਕਿਉਂਕਿ ਮਨਮੋਹਣੇ ਬੜੇ ਸਨ। ਨਾਮ ਜਿਹੜੇ ਪੁਰਾਣੇ ਰੱਖੇ ਜਾਂਦੇ ਸਨ ਉਹ ਚਿਹਰੇ ਨੂੰ ਦੇਖ ਕੇ, ਵਿਚਾਰਾਂ ਨੂੰ ਦੇਖ ਕੇ, ਗੱਲਬਾਤ ਨੂੰ ਦੇਖ ਕੇ ਰੱਖੇ ਜਾਂਦੇ ਸਨ। ਕਹਿੰਦੇ ਬੀਬੀ ਭਾਨੀ ਜੀ ਮੋਹਣੇ ਬੜੇ ਸਨ, ਜਿਹੜਾ ਵੀ ਦੇਖਦਾ ਸੀ ਉਹ ਮੋਹਿਆ ਜਾਂਦਾ ਸੀ, ਇਸ ਕਰਕੇ ਉਹਨਾਂ ਦਾ ਨਾਮ ਪਹਿਲਾ ਨਾਮ ਸੀ ਮੋਹਣੀ ਜੀ। ਪਰ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਇਹ ਦੇਖਿਆ ਕਿ ਇਸ ਨੂੰ ਮੇਰੀ ਹਰ ਗੱਲ ਚੰਗੀ ਲੱਗਦੀ ਹੈ, ਇਸ ਨੂੰ ਹਰ ਗੱਲ ਮੇਰੀ ਭਾਉਂਦੀ ਹੈ, ਇਹ ਉਸ ਭਾਣੇ ਦੇ ਵਿੱਚ ਰਹਿੰਦੀ ਹੈ, ਤੇ ਕਹਿੰਦੇ ਇੱਕ ਦਿਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਬੀਬੀ ਭਾਨੀ ਜੀ ਨੂੰ ਛਾਤੀ ਨਾਲ ਲਗਾ ਕੇ ਕਿਹਾ ਸੀ, ਬੇਟਾ ਅੱਜ ਤੋਂ ਬਾਅਦ ਤੇਰਾ ਨਾਮ ਮੋਹਣੀ ਨਹੀਂ ਹੈ, ਅੱਜ ਤੋਂ ਬਾਅਦ ਤੇਰਾ ਨਾਮ ਮੈਂ ਬੀਬੀ ਭਾਨੀ ਰੱਖਦਾ ਹਾਂ ਸਤਸੰਗੀ ਜਨੋ, ਕਿਉਂਕਿ ਜਿਨ੍ਹਾਂ ਨੂੰ ਭਾਣਾ ਚੰਗਾ ਰੱਖਦਾ ਸੀ। ਕਹਿੰਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਨੀਏ
तेरा भाणा मनना देख के कहते मैं तेनों एक बचन कह दियां कि जेठे ने हुणे ही चढ़ाई कर जानी सीगी कुछ दिनों तो बाद, पर तेरा भाणा मनना देख के कहते मैं ये तेरे नाल वादा करता हाँ कि मैं अपनी उम्र तेरे पति जेठा जी नूं दिंदा हाँ। कहते एक दिन सुबह सुबह कहते बीबी भानी जी अपने पिता गुरु जी जिन्हां दा इशनान करा रहे सन, कहते जिस चौंकी के उपर बैठ के गुरु अमरदास सच्चे पातशाह इशनान करा रहे सन ना, इतिहास कहता उसका पावा टुट गया। सत्संगी जनों जदों उसका पावा टुटिया कहते बीबी भानी जी ने बड़ी जल्दी दे नाल कि पिता जी बजुर्ग हैं, गुरु पिता जी बजुर्ग हैं, किते इस पीढ़ी के उपरों गिर ना जान, कहते बीबी भानी जी ने उसके थले पैर दे दिता। कहते जदों पैर दिता कहते हुण वजन सी वो जड़ियां लकड़ां सन वो पैर दे विच खुब गईयां, खून चलना शुरू होया। कहते खून जदों चलिया सत्संगी जनों पिता जी की निगाह गई कि पानी लाल लाल क्यों है। कहते पूछया कि भानीए ये पानी क्यों लाल लाल है। कहते बीबी भानी जी कहने लगे पिता जी कोई गल नहीं तुसी इशनान करो। कहते जदों इशनान करके उस मंजी तो उस पीढ़ी तो थले उतरे तो उन्होंने देखा कि बीबी भानी तो मंजी के थले पीढ़ी के थले उन्होंने अपना पैर दिता होया। सत्संगी जनों गुरु अमरदास सच्चे पातशाह प्रसन्न हो गए, वस्त्र पहने, कह लगे बीबी भानीए मंग की मंगदी है। कहते माता भानी जी बीबी भानी जी कह लगे पिता गुरु जी जे प्रसन्न होए हो तो एक कृपा कर दियो, एक रहमत कर दियो कि जेड़ी ये गुरु नानक देव सच्चे पातशाह की गुरियाई आप जी दे कोल है, जिसके उपर आप जी स्थापित हो, ये जिहड़ी गुरियाई है ये मेरे पति जेठा जी नूं दे दियो, रामदास जी नूं दे दियो। अते दूसरी मेरी मंग ये है कि सच्चे पातशाह घर दी हुण घर विच ही रहे। हुण मैं एक गल घर दी घर विच रहे सत्संगी जनों जिहड़े सरीकाचारी ये गल कह रहे सन कि इसकी बंस किवें चलेगी, जेठा कल्ला कल्ला बेटा है, इसकी शादी नहीं होनी, कोई इसका माँ बाप नहीं है, तो इसकी बंस किवें चलेगी। मैं आप जी बेनती करदे हां सत्संगी जनों गुरु नानक देव सच्चे पातशाह बेदियां दे कुल विच सन, इक्को ही शरीर आ गुरु नानक देव सच्चे पातशाह दा। गुरु अंगद देव सच्चे पातशाह त्रिणां दे विचों सन, इक्को ही शरीर गुरु अंगद देव सच्चे पातशाह दा त्रिणां दे विचों रहा, जिस दे अंदर गुरु नानक देव सच्चे पातशाह दी जोत सी। तीजे पातशाह भल्ले सन सत्संगी जनों इक्को ही शरीर गुरु अमरदास सच्चे पातशाह दा रहा, जिहदे अंदर गुरु नानक देव सच्चे पातशाह दी जोत आई। पर सोटी सुल्तान सच्चे पातशाह बैठा, सोटी सच्चे पातशाह सत्संगी जनों सतगुरु कहावै कि जदों सोटी सुल्तान सच्चे पातशाह गुरु रामदास सच्चे पातशाह बैठे ना, उस तो बाद जेड़ी सत्संगी नूं गुरियाई सी ना वो सोटियां तक ही रही। 6 शरीर गुरु गोबिंद सिंह जी तक सोटियां दे विच रहे सत्संगी नूं, जेड़े कि शरीक पुणा ये कहंदे सन कि इन्हां दा कित्थों बंस चलेगी, कैसी बंस चली सत्संगी जनों। अज जदों खंडे बाटे दा अमृत छकाया जांदा ना उदों पता की किया जाता है कि थोड़े पिता गुरु गोबिंद सिंह जी माता साहब कौर जी जन्म तख्त श्री केसगढ़ साहिब का विसाखी वाले दिन का गुरसिख वासी आनंदपुर साहिब का उदों यह कहा जाता अज तो थोड़ी कोई जात पात नहीं, तुसी सोढ़ वंश के विच दाखल हो गए हो। ऐसी बंस चली सत्संगी जनों। तो कहते एक दिन आ गया लाहौर शहर के जड़े इन्हां दे शरीक सन, कहते वो जा रहे सन अगे किते यात्रा के वास्ते। उन्होंने सुन रखिया सी कि जिहड़ा जेठा लाहौर शहर के अंदर घर नूं ताला ला के गया सी, उन्होंने सुनिया कि उन्होंने तो गुरु अमरदास सच्चे पातशाह ने अपना जवाई बना लिया, उसका तो बड़ा वड्डा घर होवेगा, वो तो बड़ी शानो शौकत के नाल रहिंदा होवेगा, उसके अगे पिछे तो संगतां घूमदियां फिरदियां होणगियां। कहते जदों वो सारे शरीक पहुंचे ना गोइंदवाल साहब विखे, कहते हुण मन च सोचते हैं किहनूं पुछीए। कहते उधरों सोटी सुल्तान सच्चे पातशाह टोकरी चक के आ गए। कहते जदों मिट्टी की टोकरी चक्की है, कहते उन्होंने ही उन्होंने शरीकां ने पुछ लिया कि इत्थे गुरु अमरदास सच्चे पातशाह का दमाद जेठा रहिंदा है, वो कित्थे मिलेगा सानू। कहते जेठा जी ने नीवी पा ली। कहते जदों नीवी पाई वो कहते असीं तुहानूं पुछदे हां। कहते गुरु रामदास सच्चे पातशाह जेठा जी कहते रामदास जी कहते कि मैं ही हाँ जेठा। कहते इन्ने को बोल शरीक चारी ने बोले सन, कहते जेठिया जेकर टोकरी ढोनी सी तो लाहौर शहर में जगह थोड़ी सी,
ਜੇ ਤੂੰ ਇਹ ਟੋਕਰੀ ਹੀ ਮਿੱਟੀ ਦੀ ਧੋਣੀ ਸੀ, ਕਿਤੇ ਹੋਰ ਜਾ ਕੇ ਢੋ ਲੈਂਦਾ। ਕਹਿੰਦੇ ਤੂੰ ਤਾਂ ਸਾਡਾ ਸੋਢੀਆਂ ਦਾ ਨੱਕ ਵਢਾ ਕੇ ਰੱਖ ਦਿੱਤਾ। ਕਹਿੰਦੇ ਆਖਰਕਾਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੇਠਾ ਜੀ ਕਹਿੰਦੇ ਉਹਨਾਂ ਨੂੰ ਕਹਿੰਦੇ ਮੇਰੇ ਗੁਰੂ ਦੇ ਕੋਲ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਕੋਲ ਚੱਲੋ। ਕਹਿੰਦੇ ਜਦੋਂ ਸ਼ਰੀਕ ਗਏ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਵੀ ਉਹਨਾਂ ਨੇ ਕੁਝ ਅਪਸ਼ਬਦ ਕਹਿ ਦਿੱਤੇ ਸਨ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਜਾ ਕੇ ਕਹਿੰਦੇ ਇਹ ਤੁਹਾਡਾ ਦਮਾਦ ਹੈ, ਤੁਸੀਂ ਇਸ ਦੇ ਸਿਰ ਦੇ ਉੱਪਰ ਟੋਕਰੀ ਚਕਾਈ ਹੋਈ ਹੈ, ਜਿਹੜਾ ਸਾਰਾ ਸਰੀਰ ਹੈ ਉਹ ਮਿੱਟੀ ਦੇ ਨਾਲ ਲਿਬੜਿਆ ਪਿਆ ਹੈ, ਤੁਹਾਨੂੰ ਵੀ ਕੋਈ ਸ਼ਰਮ ਨਹੀਂ ਆਉਂਦੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਹੜੇ ਬਜ਼ੁਰਗ ਸਨ, ਉਹਨਾਂ ਨੇ ਨੇਤਰ ਬੰਦ ਕੀਤੇ। ਕਹਿੰਦੇ ਪਿਆਰਿਓ, ਕਹਿੰਦੇ ਤੁਹਾਨੂੰ ਤਾਂ ਇਹ ਮਿੱਟੀ ਦੀ ਟੋਕਰੀ ਲੱਗਦੀ ਹੈ, ਪਰ ਕਹਿੰਦੇ ਮੈਨੂੰ ਤਾਂ ਇਸ ਸੰਸਾਰ ਦਾ ਛਤਰ ਇਹਦੇ ਸਿਰ ਦੇ ਉੱਪਰ ਝੂਲਦਾ ਨਜ਼ਰ ਆ ਰਿਹਾ। ਕਹਿੰਦੇ ਜਿਹੜਾ ਤੁਹਾਨੂੰ ਮਿੱਟੀ ਨਾਲ ਸਰੀਰ ਲਿਬੜਿਆ ਨਜ਼ਰ ਆ ਰਿਹਾ, ਕਹਿੰਦੇ ਮੈਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਇਹਦੇ ਪੂਰੇ ਸਰੀਰ ਦੇ ਉੱਪਰ ਕੇਸਰ ਕਹਿੰਦੇ ਛਿੜਕਿਆ ਹੋਵੇ। ਕਹਿੰਦੇ ਸਤਸੰਗੀ ਜਨੋ ਆਖਰਕਾਰ ਉਹ ਰਿਸ਼ਤੇਦਾਰ ਚਲੇ ਗਏ। ਜੇਠਾ ਜੀ ਉਸੇ ਤਰ੍ਹਾਂ ਸੇਵਾ ਕਮਾਉਂਦੇ ਰਹੇ। ਕਹਿੰਦੇ ਇੱਕ ਦਿਨ ਆਇਆ, ਕਹਿੰਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਹੁਣ ਪਰਖ ਸ਼ੁਰੂ ਕੀਤੀ। ਪਰਖ ਪਤਾ ਕਾਹਦੇ ਵਾਸਤੇ? ਭਾਵੇਂ ਸਤਸੰਗੀ ਨੂੰ ਉਹਨਾਂ ਦੇ ਉੱਪਰ ਰੀਝ ਹੀ ਚੁੱਕੇ ਸਨ। ਪਰਖ ਇਸ ਵਾਸਤੇ ਕਰਨੀ ਪਈ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਦੋਂ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੇਣੀ ਸੀ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਬਣਾਉਣਾ ਸੀ, ਤੇ ਉਹਨਾਂ ਨੇ ਵੀ ਪਰਖ ਕੀਤੀ। ਸਤਸੰਗੀ ਜਨੋ ਜਦੋਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਗੁਰਿਆਈ ਦੇਣੀ ਸੀ, ਉਦੋਂ ਵੀ ਪਰਖ ਕਰਨੀ ਪਈ। ਇਹ ਪਰਖਾਂ ਪਤਾ ਕਿਉਂ ਕਰਨੀਆਂ ਪਈਆਂ? ਤਾਂ ਕਿ ਸੰਸਾਰ ਦੇ ਲੋਕ ਜਿਹੜੇ ਗੱਲਾਂ ਕਰਦੇ ਹਨ ਕਿ ਇਹਨਾਂ ਨੂੰ ਤੁਸੀਂ ਕਿਉਂ ਦੇ ਰਹੇ ਹੋ ਗੁਰਗੱਦੀ, ਉਹਨਾਂ ਨੂੰ ਜਵਾਬ ਦੇਣ ਦੇ ਵਾਸਤੇ। ਕਹਿੰਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਦੋਨਾਂ ਹੀ ਜਵਾਈਆਂ ਨੂੰ, ਜਿਹੜੇ ਦੋਨੋਂ ਹੀ ਸੇਵਾ ਦੇ ਵਿੱਚ ਸਨ, ਵੱਡੇ ਜਵਾਈ ਸਨ ਸਤਸੰਗੀ ਨੂੰ ਰਾਮਾ ਜੀ, ਜਿਹੜੇ ਬੀਬੀ ਦਾਨੀ ਜੀ ਦੇ ਘਰ ਵਾਲੇ ਸਨ, ਤੇ ਇੱਧਰ ਜੇਠਾ ਜੀ ਜਿਹੜੀ ਛੋਟੀ ਬੇਟੀ ਬੀਬੀ ਭਾਨੀ ਜੀ ਦੇ ਘਰ ਵਾਲੇ ਸਨ, ਦੋਨੋਂ ਹੀ ਸੇਵਾ ਕਮਾ ਰਹੇ ਸਨ। ਕਹਿੰਦੇ ਆਖਰਕਾਰ ਗੁਰਗੱਦੀ ਤਾਂ ਇੱਕ ਨੂੰ ਦੇਣੀ ਸੀ ਨਾ। ਕਹਿੰਦੇ ਇੱਕ ਦਿਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਜੇਠਾ ਜੀ ਨੂੰ ਬੁਲਾ ਕੇ ਅਤੇ ਉਧਰੋਂ ਰਾਮਾ ਜੀ ਨੂੰ ਬੁਲਾ ਕੇ ਕਿ ਮੇਰੇ ਬੈਠਣ ਦੇ ਵਾਸਤੇ ਤੁਸੀਂ ਥੜੇ ਬਣਾਵੋ। ਕਹਿੰਦੇ ਜਦੋਂ ਥੜੇ ਬਣਾਉਣੇ ਸ਼ੁਰੂ ਕੀਤੇ, ਪੁੱਛਿਆ ਜੀ ਕਿੰਨਾ ਚੌੜਾ ਥੜਾ, ਕਿੰਨਾ ਉੱਚਾ ਥੜਾ, ਕਿੰਨਾ ਲੰਬਾ ਥੜਾ। ਕਹਿੰਦੇ ਦੋਨਾਂ ਨੇ ਬਣਾਉਣੇ ਸ਼ੁਰੂ ਕਰ ਦਿੱਤੇ। ਜਦੋਂ ਸ਼ਾਮਾਂ ਪਈਆਂ, ਥੜੇ ਬਣ ਗਏ। ਕਹਿੰਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਏ। ਕਹਿੰਦੇ ਪਹਿਲਾਂ ਕਹਿੰਦੇ ਉਹ ਗਏ ਰਾਮਾ ਜੀ ਦੇ ਕੋਲ। ਕਹਿੰਦੇ ਥੜਾ ਦੇਖਿਆ ਤੇ ਕਹਿਣ ਲੱਗੇ ਰਾਮਿਆ, ਥੜਾ ਕੋਈ ਜ਼ਿਆਦਾ ਵਧੀਆ ਨਹੀਂ ਬਣਿਆ। ਕਹਿੰਦੇ ਜਦੋਂ ਕਿਹਾ ਕਿ ਜਿਸ ਤਰ੍ਹਾਂ ਦਾ ਥੜਾ ਮੈਂ ਚਾਹੁੰਦਾ ਹਾਂ, ਇਹ ਥੜਾ ਉਸ ਤਰ੍ਹਾਂ ਦਾ ਨਹੀਂ ਬਣਿਆ। ਤੇ ਰਾਮਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ, ਤੁਹਾਡੇ ਕਹਿਣ ਦੇ ਮੁਤਾਬਕ ਓਨਾ ਲੰਬਾ, ਓਨਾ ਉੱਚਾ, ਓਨਾ ਚੌੜਾ ਹੀ ਤਾਂ ਮੈਂ ਰੱਖਿਆ ਹੈ, ਇਹਦੇ ਵਿੱਚ ਕੀ ਗਲਤੀ ਹੈ? ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਬਸ ਮੇਰੇ ਮਨ ਨੂੰ ਨਹੀਂ ਪਾ ਰਿਹਾ ਹੈ, ਪਾਉਂਦਾ ਹੈ। ਕਹਿੰਦੇ ਹੁਣ ਜਦੋਂ ਜੇਠਾ ਜੀ ਦੇ ਕੋਲ ਗਏ, ਉਹੀ ਲਫ਼ਜ਼ ਜੇਠਾ ਜੀ ਨੂੰ ਕਹੇ। ਕਹਿੰਦੇ ਬੇਟਾ ਜੇਠਿਆ, ਕਹਿੰਦੇ ਇਹ ਜਿਹੜਾ ਥੜਾ ਹੈ ਇਹ ਮੈਨੂੰ ਚੰਗਾ ਨਹੀਂ ਲੱਗਦਾ, ਇਹਨੂੰ ਢਾਹ ਦੇ। ਕਹਿੰਦੇ ਹੱਥ ਜੋੜੇ, ਸਿਰ ਝੁਕਾਇਆ। ਕਹਿੰਦੇ ਸਿਰ ਝੁਕਾ ਕੇ ਉਹਨੂੰ ਢਾਹਣਾ ਸ਼ੁਰੂ ਕਰ ਦਿੱਤਾ। ਕੋਈ ਲਫ਼ਜ਼ ਨਹੀਂ ਕਿਹਾ ਸਤਸੰਗੀ ਨੂੰ। ਕਹਿੰਦੇ ਦੂਜਾ ਦਿਨ ਹੋਇਆ, ਫਿਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਥੜੇ ਬਣਾਓ। ਕਹਿੰਦੇ ਦੂਜੇ ਦਿਨ ਸ਼ਾਮੀ ਆਏ, ਫਿਰ ਰਾਮਾ ਜੀ ਕੋਲ ਪਹਿਲਾਂ ਗਏ, ਉਹਨਾਂ ਨੂੰ ਕਿਹਾ ਕਿ ਥੜਾ ਨਹੀਂ ਚੱਜ ਦਾ ਬਣਿਆ। ਕਹਿੰਦੇ ਅੱਜ ਉਹਨਾਂ ਨੇ ਕੁਝ ਕਬੋਲ ਵੀ ਬੋਲ ਦਿੱਤੇ। ਕਹਿੰਦੇ ਬਜ਼ੁਰਗ ਹੋ ਗਏ ਹੋ ਨਾ, ਉਮਰ ਕਾਫੀ ਹੋ ਗਈ ਹੈ ਨਾ, 90-95 ਸਾਲ ਦੇ ਹੋ ਗਏ ਹੋ ਨਾ, ਇਸ ਕਰਕੇ ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਕਿਹਾ ਕੀ ਹੈ ਤੇ ਤੁਸੀਂ ਚਾਹੁੰਦੇ ਕੀ ਹੋ। ਕਹਿੰਦੇ ਉੱਥੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਅੱਗੇ ਚਲੇ ਗਏ। ਕਹਿੰਦੇ ਜਦੋਂ ਜੇਠਾ ਜੀ ਦੇ ਕੋਲ ਗਏ, ਉਹਨਾਂ ਨੇ ਕਹਿਣ ਲੱਗੇ ਕਿ ਜੇਠਿਆ, ਥੜਾ ਤਾਂ ਕੋਈ ਜ਼ਿਆਦਾ ਵਧੀਆ ਨਹੀਂ ਬਣਿਆ, ਜਿਸ ਤਰ੍ਹਾਂ ਦਾ ਮੇਰੇ ਮਨ ਨੂੰ ਪਾ ਜਾਏ ਉਸ ਤਰ੍ਹਾਂ ਦਾ ਨਹੀਂ ਬਣਿਆ। ਕਹਿੰਦੇ ਹੱਥ ਜੋੜੇ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਨੇ, ਕਹਿਣ ਲੱਗੇ ਸੱਚੇ ਪਾਤਸ਼ਾਹ, ਮੈਂ ਤੁਹਾਡੇ ਮਨ ਭਾਉਂਦਾ ਬਣਾ ਵੀ ਕਿਵੇਂ ਸਕਦਾ ਹਾਂ? ਮੇਰੀ ਆਪਣੀ ਇੱਕ ਔਕਾਤ ਹੈ, ਮੇਰੀ ਬੁੱਧੀ ਨਹੀਂ ਉਨੀ ਉੱਚੀ, ਮੇਰੀ ਸੋਚ ਨਹੀਂ ਇੰਨੀ ਉੱਚੀ ਜਿਹੜੀ ਕਿ ਆਪ ਜੀ ਦੇ ਵਾਸਤੇ ਥੜਾ ਤਿਆਰ ਕਰ ਸਕੇ। ਕਹਿੰਦੇ ਜਦੋਂ ਤੀਜਾ ਦਿਨ ਆਇਆ ਨਾ ਸਤਸੰਗੀ ਜਨੋ, ਕਹਿੰਦੇ ਥੜੇ ਦੇਖਣ ਵਾਸਤੇ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਏ, ਕਹਿੰਦੇ ਰਾਮਾ ਜੀ ਤਾਂ ਅੱਜ ਇੰਨੇ ਗੁੱਸੇ ਦੇ ਵਿੱਚ ਆਏ, ਇੰਨੇ ਕਬੋਲ ਬੋਲੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਮੈਂ ਆਪਣੇ ਪਿਤਾ ਗੁਰੂ ਦੇ ਵਾਸਤੇ ਲਫ਼ਜ਼ ਕੀ ਬੋਲ ਰਿਹਾ। ਕਹਿੰਦੇ ਜਦੋਂ ਜੇਠਾ ਜੀ ਦੇ ਕੋਲ ਗਏ, ਉਹਨਾਂ ਨੇ ਫਿਰ ਨਿਮਰਤਾ ਦੇ ਨਾਲ ਹੱਥ ਜੋੜੇ। ਕਹਿੰਦੇ ਜਦੋਂ ਹੱਥ ਜੋੜੇ ਤੇ ਕਹਿੰਦੇ ਛਾਤੀ ਦੇ ਨਾਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਲਾ ਲਿਆ। ਕਹਿੰਦੇ ਜੇਠਿਆ, ਕਹਿੰਦੇ ਤੂੰ ਇਹ ਮਿੱਟੀ ਦਾ ਥੜਾ ਹੀ ਨਹੀਂ ਤਿਆਰ ਕੀਤਾ, ਕਹਿੰਦੇ ਤੂੰ ਤਾਂ ਆਪਣੇ ਹਿਰਦੇ ਦਾ ਥੜਾ ਇਸ ਤਰ੍ਹਾਂ ਦਾ ਤਿਆਰ ਕਰ ਲਿਆ, ਕਹਿੰਦੇ ਜਿਸ ਦੇ ਉੱਪਰ ਕਹਿੰਦੇ ਹੁਣ ਮੈਂ ਬੈਠਾਂਗਾ। ਸਤਸੰਗੀ ਜਨੋ ਉਸ ਦਿਨ ਤੋਂ ਹੀ ਉਹਨਾਂ ਨੇ ਸੰਕਲਪ ਕਰ ਲਿਆ ਸਤਸੰਗੀ ਜਨੋ। ਤੇ ਫਿਰ ਗੁਰੂ
ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਸਤਸੰਗੀ ਜਨੋ ਸਨ 1574 ਨੂੰ ਕਹਿੰਦੇ ਫਿਰ ਕੀਤਾ ਹੁਕਮ ਭਾਈ ਬੱਲੂ ਜੀ ਨੂੰ ਕਿ ਜੇਠਾ ਜੀ ਦਾ ਹੁਣ ਇਸ਼ਨਾਨ ਕਰਾ ਕੇ ਲਿਆਓ। ਕਹਿੰਦੇ ਜਦੋਂ ਇਸ਼ਨਾਨ ਕਰਾ ਕੇ ਲੈ ਕੇ ਆਏ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਸਾਹਮਣੇ ਆ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ ਤੇ ਕਹਿੰਦੇ ਪਤਾ ਕੀ ਕੀਤਾ ਸੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਆਪਣੇ ਮੋਢਿਆਂ ਤੋਂ ਪਕੜਿਆ ਤੇ ਜਿਸ ਸਿੰਘਾਸਨ ਦੇ ਉੱਪਰ ਆਪ ਬੈਠ ਕੇ ਦਰਸ਼ਨ ਦਿੰਦੇ ਸਨ ਉਸ ਦੇ ਉੱਪਰ ਉਹਨਾਂ ਨੂੰ ਬਿਠਾ ਦਿੱਤਾ। ਕਹਿੰਦੇ ਜਦੋਂ ਉਸ ਦੇ ਉੱਪਰ ਬਿਠਾਇਆ, ਕਹਿੰਦੇ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਉੱਠੇ, ਚਰਨ ਪਕੜੇ, ਕਹਿੰਦੇ ਪਿਤਾ ਜੀ ਮੈਂ ਇਸ ਸਿੰਘਾਸਨ ਦੇ ਉੱਪਰ ਬੈਠਣ ਦੇ ਲਾਇਕ ਨਹੀਂ ਹਾਂ। ਕਹਿੰਦੇ ਜਦੋਂ ਉਹਨਾਂ ਦੀਆਂ ਅੱਖਾਂ ਦੇਖੀਆਂ ਜੇਠਾ ਜੀ ਦੀਆਂ, ਉਹਨਾਂ ਦੇ ਵਿੱਚੋਂ ਹੰਝੂ ਵਗ ਰਹੇ ਸਨ। ਕਹਿੰਦੇ ਜਦੋਂ ਹੰਝੂ ਵਗਦੇ ਦੇਖੇ ਅਮਰਦਾਸ ਜੀ ਨੇ, ਕਹਿੰਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਜੇਠਿਆ ਅੱਜ ਤਾਂ ਤੈਨੂੰ ਗੁਰੂ ਨਾਨਕ ਦੀ ਗੱਦੀ ਤੇ ਮੈਂ ਬਿਠਾਇਆ ਹੈ, ਅੱਜ ਤਾਂ ਸੰਗਤਾਂ ਤੈਨੂੰ ਹੁਣ ਇਸ ਤੋਂ ਬਾਅਦ ਮੱਥੇ ਟੇਕਣਗੀਆਂ ਤੇ ਅੱਖਾਂ ਵਿੱਚ ਹੰਝੂ ਕਿਉਂ ਆ ਗਏ। ਸਤਸੰਗੀ ਜਨੋ ਉੱਥੇ ਜੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਬਚਨ ਆਖੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਤ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਕਿ ਸੱਚੇ ਪਾਤਸ਼ਾਹ ਮੈਂ ਤਾਂ ਇਸ ਤਰ੍ਹਾਂ ਦਾ ਕੀੜਾ ਸੀ ਜਿਹੜਾ ਰੁਲਦਾ ਫਿਰਦਾ ਸੀ, ਜਿਹਨਾਂ ਨੂੰ ਸ਼ਰੀਕਾਂ ਨੇ ਕਿੰਨੇ ਕਿੰਨੇ ਤਾਨੇ ਮਾਰੇ, ਜਿਹੜੇ ਕਹਿੰਦੇ ਸਨ ਇਹਦਾ ਮੂੰਹ ਦੇਖਣਾ ਚੰਗਾ ਨਹੀਂ ਹੈ, ਜਿਹੜੇ ਕਹਿੰਦੇ ਸਨ ਅੱਜ ਇਹ ਘਰ ਉੱਜੜ ਗਿਆ ਹੈ, ਜਿਹੜੇ ਕਹਿੰਦੇ ਸਨ ਇਹ ਕੱਪੜੇ ਕਿੱਥੋਂ ਪੂਰੇ ਕਰੇਗਾ, ਜਿਹੜੇ ਕਹਿੰਦੇ ਸਨ ਇਹ ਪੇਟ ਦੀ ਪੂਰਤੀ ਕਿੱਥੋਂ ਕਰੇਗਾ। ਪਰ ਸੱਚੇ ਪਾਤਸ਼ਾਹ ਤੁਹਾਡਾ ਸੰਗ ਪ੍ਰਾਪਤ ਹੋ ਗਿਆ, ਤੁਸੀਂ ਕੀੜੇ ਨੂੰ ਵੀ ਮੈਨੂੰ ਇਹ ਸਿੰਘਾਸਨ ਥਾਪ ਦਿੱਤੇ ਹਨ। ਸਤਸੰਗੀ ਜਨੋ ਮੈਂ ਹੁਣ ਦੋ ਬਚਨ ਜੈ ਸਤਿਗੁਰ ਸਿਮਰੰਤ, ਇਹ ਬਲ ਭੱਟ ਜੀ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਉਪਮਾ ਦੇ ਵਿੱਚ ਸਵਈਆਂ ਦੇ ਅੰਦਰ ਕਹੇ ਹਨ। ਸਤਸੰਗੀ ਜਨੋ ਬਲ ਭੱਟ ਜੀ ਕਹਿੰਦੇ ਜੈ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖਿਨ, ਜੈ ਸਤਿਗੁਰ ਸਿਮਰੰਤ ਹਰ ਨਾਮ ਦਿਨੋ ਦਿਨ, ਜੈ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜੈ ਸਤਿਗੁਰ ਸਿਮਰੰਤ ਰਿੱਧ ਸਿੱਧ ਨਵਨਿਧ ਪਾਵੇ, ਸੋਈ ਰਾਮਦਾਸ ਗੁਰ ਬਲ ਪਾਣ ਮਿਲ ਸੰਗਤ ਧਨ ਧਨ ਕਰੋ, ਜੈ ਸਤਿਗੁਰ ਲਗ ਪ੍ਰਭ ਪਾਈਏ ਸੋ ਸਤਿਗੁਰ ਸਿਮਰੋ ਨਰੋ। ਕਹਿੰਦੇ ਜਿਹੜੇ ਗੁਰੂ ਦੇ ਦਰਸ਼ਨ ਕਰਕੇ, ਕਹਿੰਦੇ ਜਹ ਸਤਿਗੁਰ ਸਿਮਰੰਤ, ਕਹਿੰਦੇ ਜਿਹਦਾ ਸਿਮਰਨ ਕਰਕੇ ਕਹਿੰਦੇ ਕੀ ਹੁੰਦਾ, ਕਹਿੰਦੇ ਨੈਣ ਕੇ ਤਿਮਰ ਮਿਟੇ ਖਿਨ, ਕਹਿੰਦੇ ਜਿਨ੍ਹਾਂ ਦੇ ਅੱਖਾਂ ਦਾ ਹਨੇਰਾ ਇੱਕ ਛਿਨ ਦੇ ਵਿੱਚ ਦੂਰ ਹੋ ਜਾਂਦਾ। ਮੈਂ ਬੇਨਤੀ ਕਰਾਂ ਸਤਸੰਗੀ ਜਨੋ ਅੱਜ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਦੇ ਦਰ ਕਰ ਤੋਂ ਕਿੰਨਿਆਂ ਨੂੰ ਨੇਤਰ ਮਿਲ ਰਹੇ ਹਨ ਸਰੀਰਕ ਤੌਰ ਤੇ। ਆ ਪਿਛਲੇ ਦਿਨਾਂ 'ਚ ਆਪ ਜੀ ਨੇ ਇੱਕ ਕਲਿੱਪ ਦੇਖਿਆ ਸੀ ਨਾ ਕਿ 15 ਸਾਲ ਦੀ ਉਮਰ ਦੇ ਵਿੱਚ ਸਤਸੰਗੀ ਜਨੋ ਕਿਸੇ ਨੌਜਵਾਨ ਦੀਆਂ ਅੱਖਾਂ ਚਲੀਆਂ ਗਈਆਂ ਸਨ, ਪਰ ਉਹ ਪਰਿਵਾਰ ਉਹ ਸੀ ਜਿਹੜੇ ਅੰਦਰ ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਹੁੰਦਾ ਉਦੋਂ ਭੱਟਾਂ ਦੇ ਸਵਈਏ ਪੜ੍ਹੇ ਜਾਂਦੇ ਹਨ। ਆਪ ਜੀ ਦਰਸ਼ਨ ਕਰਦੇ ਹੋ ਟੈਲੀਵਿਜ਼ਨ ਅਤੇ ਉਹ ਜਿਹੜੇ ਭੱਟਾਂ ਦੇ ਸਵਈਏ ਪੜ੍ਹਦੇ ਹਨ, ਮੈਂ ਬੇਨਤੀ ਕਰ ਦੇਵਾਂ ਉਹ ਹਰ ਇਨਸਾਨ ਨਹੀਂ ਪੜ੍ਹ ਸਕਦਾ, ਉਹ ਤੁਹਾਡੇ ਜਾਂ ਮੇਰੇ ਵਰਗਾ ਨਹੀਂ ਜਾ ਕੇ ਪੜ੍ਹ ਸਕਦਾ। ਉਹ ਜਿਹੜੇ ਪਰਿਵਾਰ ਚੱਲੇ ਆ ਰਹੇ ਹਨ ਸਤਸੰਗ ਸ਼ੁਰੂ ਤੋਂ, ਉਹਨਾਂ ਦੇ ਪਰਿਵਾਰ ਦਾ ਹੀ ਮੈਂਬਰ ਪੜ੍ਹਦਾ ਹੈ। ਕਹਿੰਦੇ 15 ਸਾਲ ਦਾ ਉਹ ਨੌਜਵਾਨ ਸੀ ਜਦੋਂ ਉਹਦੀਆਂ ਅੱਖਾਂ ਚਲੀਆਂ ਗਈਆਂ ਸਤਸੰਗੀ ਜਨੋ। ਪਰ ਮਾਂ ਨੇ ਕੀ ਕੀਤਾ, ਮਾਂ ਨੇ ਉਹਨਾਂ ਨੂੰ ਸਵਈਏ ਸਤਸੰਗੀ ਜਨੋ ਉਹਨਾਂ ਨੂੰ ਯਾਦ ਕਰਾ ਦਿੱਤੇ। ਕਹਿੰਦੇ ਇੱਕ ਦਿਨ ਆਇਆ ਜਿਹੜੇ ਉਹਨਾਂ ਦਾ ਪਿਤਾ ਸੀ ਉਹਦਾ ਦੇਹਾਂਤ ਹੋ ਗਿਆ, ਜਿਨ੍ਹਾਂ ਦੇ ਨੇਤਰ ਨਹੀਂ ਸਨ ਉਹਨਾਂ ਨੇ ਸਤਸੰਗੀ ਜਨੋ ਹਰਮੰਦਰ ਸਾਹਿਬ ਜੀ ਦੇ ਅੰਦਰ ਸਵਈਏ ਪੜ੍ਹਨੇ ਸ਼ੁਰੂ ਕੀਤੇ। ਤੇ ਕਹਿੰਦੇ 65 ਸਾਲ ਦੀ 60 ਸਾਲ ਦੀ ਉਮਰ ਸੀ, ਇਹ 2 ਮਹੀਨੇ ਦੀ ਗੱਲ ਹੈ ਸਤਸੰਗੀ ਜਨੋ, ਕਿ ਜਦੋਂ ਉਹ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਦੇ ਦਰ ਘਰ ਦੇ ਉੱਪਰ ਖੜੇ ਹੋ ਕੇ ਇਹ ਬਚਨ ਆਖੇ ਜੈ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖਿਨ ਸਤਸੰਗੀ ਜਨੋ, ਉਦੋਂ ਹੀ ਉਹਨਾਂ ਦੀ ਜੋਤ ਆ ਗਈ ਸੀ। ਇੱਕ ਹਨੇਰਾ ਹੈ ਕਿ ਅੱਖਾਂ ਦੀ ਜੋਤ ਚਲੀ ਜਾਣੀ। ਮੈਂ ਜ਼ਿਆਦਾ ਵਿਸਥਾਰ ਵਿੱਚ ਨਾ ਜਾਵਾਂ, ਜਿਹੜੇ ਗੁਰਮੁਖ ਪਿਆਰੇ ਆਏ ਹੋਏ ਹਨ ਉਹਨਾਂ ਨੇ ਵੀ ਇੱਕ ਇੱਕ ਸ਼ਬਦ ਦੁਆਰਾ ਹਾਜ਼ਰੀ ਲਗਾਣੀ। ਬਸ ਇਹ ਗੱਲ ਕਹਿ ਕੇ, ਇੱਕ ਹਨੇਰਾ ਹੈ ਅਗਿਆਨਤਾ ਦਾ, ਇੱਕ ਹਨੇਰਾ ਹੈ ਸਾਡੀਆਂ ਅੱਖਾਂ ਦਾ ਕਿ ਸੰਸਾਰ ਦਿਖਣੋਂ ਬੰਦ ਹੋ ਜਾਂਦਾ ਹੈ, ਪਤਨੀ ਦਿਖਣੋਂ ਬੰਦ ਹੋ ਜਾਂਦੀ ਹੈ, ਗੁਆਂਢੀ ਦਿਖਣੋਂ ਬੰਦ ਹੋ ਜਾਂਦੇ ਹਨ, ਘਰ ਦਿਖਣੋਂ ਬੰਦ ਹੋ ਜਾਂਦੇ ਹਨ। ਪਰ ਇੱਕ ਸਤਸੰਗੀ ਨੂੰ ਬੜਾ ਵੱਡਾ ਹਨੇਰਾ ਧਰਮ ਦੀ ਦੁਨੀਆ ਦੇ ਵਿੱਚ ਜਿਹੜਾ ਕਿ ਗੁਰੂ ਦੇ ਉੱਪਰ ਵਿਸ਼ਵਾਸ ਨਹੀਂ ਬਣਦਾ, ਇਹ ਵੀ ਬੜਾ ਵੱਡਾ ਹਨੇਰਾ ਹੈ। ਤਾਂ ਹੀ ਗੁਰੂ ਸਾਹਿਬ ਨੇ ਕਹਿ ਦਿੱਤਾ ਨਾਨਕ ਸੇ ਅੱਖਣੀਆਂ ਬਿਆਨ ਜਿਨੀ ਦਸੰਦੋ ਮਾਂ ਪਿਰੀ। ਗੁਰੂ ਸਾਹਿਬ ਕਹਿੰਦੇ ਉਹ ਤਾਂ ਕਮਾਈ ਦੀਆਂ ਅੱਖਾਂ ਹੀ ਹੋਰ ਹੁੰਦੀਆਂ ਹਨ,
ਕਹਿੰਦੇ ਜਿਹੜੀਆਂ ਅੱਖਾਂ ਕਹਿੰਦੇ ਗੁਰੂ ਦੇ ਵਿੱਚੋਂ ਪਰਮਾਤਮਾ ਦੇਖ ਲੈਂਦੀਆਂ ਹਨ। ਦਾਸ ਇੱਕ ਬੇਨਤੀ ਕਰੇ, ਕੋਸ਼ਿਸ਼ ਕਰਿਆ ਕਰੋ, ਕਿਉਂਕਿ ਜੇ ਆਪਾਂ ਕੋਸ਼ਿਸ਼ ਹੀ ਨਾ ਕੀਤੀ ਤਾਂ ਪ੍ਰਾਪਤੀ ਕਿੱਥੋਂ ਹੋ ਜਾਏਗੀ। ਕੋਸ਼ਿਸ਼ ਕਰਕੇ ਹੀ, ਉਦਮ ਕਰਕੇ ਹੀ ਪ੍ਰਾਪਤੀਆਂ ਹੁੰਦੀਆਂ ਹਨ। ਕੋਸ਼ਿਸ਼ ਕਰਿਆ ਕਰੋ। ਗੁਰ ਸਮਰੱਥ, ਗੁਰ ਨਿਰੰਕਾਰ, ਗੁਰ ਊਚਾ ਅਗਮ ਅਪਾਰ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆ ਕੇ ਮੱਥਾ ਟੇਕੋ, ਕਿਆ ਕਰੋ ਕਿ ਹੇ ਸੱਚੇ ਪਾਤਸ਼ਾਹ, ਤੁਹਾਡੇ ਤੋਂ ਬਿਨਾਂ ਮੇਰਾ ਕੋਈ ਨਹੀਂ। ਮੇਰੇ ਤੁਸੀਂ ਗੁਰੂ ਵੀ ਹੋ, ਮੇਰੇ ਤੁਸੀਂ ਪਰਮਾਤਮਾ ਵੀ ਹੋ, ਮੇਰੇ ਤੁਸੀਂ ਮਾਂ ਬਾਪ ਵੀ ਹੋ, ਮੇਰੇ ਤੁਸੀਂ ਸਕਾ ਸੰਬੰਧੀ ਵੀ ਹੋ। ਬਸ ਮੈਂ ਤਾਂ ਤੁਹਾਡਾ ਦਰ ਪਕੜਿਆ ਹੈ। ਜਿਹੜਾ ਉਹ ਹਨੇਰਾ ਹੈ ਨਾ ਸਤਸੰਗੀ ਜਨੋ, ਜਿਹੜਾ ਸਾਨੂੰ ਗੁਰੂ ਦੇ ਅੰਦਰ ਪਰਮਾਤਮਾ ਨਹੀਂ ਨਜ਼ਰ ਆਉਣ ਦਿੰਦਾ। ਬਲ ਭੱਟ ਜੀ ਕਹਿੰਦੇ ਜੈ ਸਤਿਗੁਰ ਸਿਮਰੰਤ, ਪਰ ਕਹਿੰਦੇ ਜਿਹੜਾ ਜਪੇਗਾ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਕਹਿੰਦੇ ਉਹ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇੱਕ ਕਿਰਪਾ ਕਰ ਦੇਣਗੇ ਕਿ ਉਹਨੂੰ ਕਹਿੰਦੇ ਇਹਨਾਂ ਅੱਖਾਂ ਦੇ ਨਾਲ ਗੁਰੂ ਦੇ ਅੰਦਰ ਪਰਮਾਤਮਾ ਵੀ ਨਜ਼ਰ ਆਣਾ ਸ਼ੁਰੂ ਹੋ ਜਾਏਗਾ। ਸਤਸੰਗੀ ਜਨੋ, ਸੋ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਪਰਸੋਂ ਨੂੰ 7 ਤਰੀਕ ਨੂੰ ਸਤਸੰਗੀ ਜਨੋ ਪੂਰੇ ਸਿੱਖ ਜਗਤ ਵਿੱਚ ਜਿੱਥੇ ਜਿੱਥੇ ਵੀ ਸੰਸਾਰ ਦੇ ਅੰਦਰ ਸਿੱਖ ਸੰਗਤਾਂ ਬੈਠੀਆਂ ਹਨ, ਬੜੀ ਧੂਮ-ਧਾਮ ਦੇ ਨਾਲ ਮਨਾਉਂਦੀਆਂ ਹਨ। ਆਪਾਂ ਵੀ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਦੇ ਦਰ ਕਰਤੇ ਆਏ ਹਾਂ। ਸੋਢੀ ਸੁਲਤਾਨ ਸੱਚੇ ਪਾਤਸ਼ਾਹ ਦੀ ਜੋਤ ਆਗਿਆ ਪਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਘਰ ਵਿੱਚ ਉਹਨਾਂ ਦੀ ਗੋਦ ਵਿੱਚ ਬੈਠੇ ਹਾਂ। ਸੋਢੀ ਸੁਲਤਾਨ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇਹੀ ਬੇਨਤੀ ਹੈ ਕਿ ਸੱਚੇ ਪਾਤਸ਼ਾਹ, ਇਹ ਪਿਆਰੀਆਂ ਪਿਆਰੀਆਂ ਸੰਗਤਾਂ, ਅਸੀਂ ਤਾਂ ਸੱਚੇ ਪਾਤਸ਼ਾਹ ਅਲਪੱਗ ਹਾਂ, ਅਸੀਂ ਤਾਂ ਚੱਲਣ ਤੋਂ ਅਸਮਰਥ ਹਾਂ। ਸੱਚੇ ਪਾਤਸ਼ਾਹ, ਸਾਡਾ ਚਿਹਰਾ ਵੀ ਇੰਨਾ ਸੋਹਣਾ ਨਹੀਂ ਜਿਹਦੇ ਉੱਪਰ ਤੁਸੀਂ ਰੀਝ ਜਾਵੋ, ਜਿਹਨੂੰ ਗੁਰੂ ਪਾਤਸ਼ਾਹ ਆਪਣੇ ਬਚਨਾਂ ਦੇ ਵਿੱਚ ਕਹਿੰਦੇ ਹਨ, ਕਹਿੰਦੇ ਹੇ ਪ੍ਰਮਾਤਮਾ, ਭੁਜਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲਿਓ ਓੰਗਰੀਆ, ਸਰਵਣ ਨ ਸੁਰਤ ਨੈਣ ਸੁੰਦਰ ਨਹੀਂ, ਆਰਤ ਦੁਆਰ ਰਟਤ ਪਿੰਗੁਰੀਆ। ਕਹਿੰਦੇ ਸੱਚੇ ਪਾਤਸ਼ਾਹ, ਮੈਂ ਪਿੰਗਲਾ, ਚੱਲ ਵੀ ਨਹੀਂ ਸਕਦਾ। ਸੱਚੇ ਪਾਤਸ਼ਾਹ, ਮੇਰਾ ਚਿਹਰਾ ਵੀ ਸੋਹਣਾ ਨਹੀਂ ਜਿਹਦੇ ਉੱਪਰ ਤੁਸੀਂ ਰੀਝ ਜਾਵੋ। ਸੱਚੇ ਪਾਤਸ਼ਾਹ, ਮੈਨੂੰ ਐਸੇ ਨੇਤਰ ਵੀ ਨਹੀਂ ਦਿੱਤੇ ਜਿਹਦੇ ਨਾਲ ਮੈਂ ਤੁਹਾਡੇ ਦਰਸ਼ਨ ਕਰ ਸਕਾਂ। ਪਰ ਸੱਚੇ ਪਾਤਸ਼ਾਹ, ਤੁਹਾਡੀਆਂ ਪੂਜਾਵਾਂ 'ਚ ਬੜਾ ਬਲ ਹੈ। ਮੇਰੀ ਇੱਕ ਬੇਨਤੀ ਹੈ ਕਿ ਮੈਂ ਤੁਹਾਡੇ ਦਰ ਤੇ ਆਇਆ ਹਾਂ। ਆਰਤ ਦੇ ਅਰਥ ਸੰਗੀ ਜਨੋ, ਦਰ ਤੇ ਆਣਾ, ਫਰਿਆਦੀ ਬਣਨਾ, ਪੁਕਾਰ ਕਰਨੀ। ਸੱਚੇ ਪਾਤਸ਼ਾਹ, ਮੈਂ ਤੁਹਾਡੇ ਦਰ ਤੇ ਆਇਆ। ਇੱਕੋ ਇੱਕ ਬੇਨਤੀ ਹੈ ਕਿ ਆਪਣੀਆਂ ਤਾਕਤਵਾਰ ਭੁਜਾਵਾਂ 'ਚ ਮੈਨੂੰ ਚੱਕੋ ਤੇ ਚੱਕ ਕੇ ਆਪਣੇ ਕੰਠ ਦੇ ਨਾਲ ਲਗਾ ਲਓ। ਸੋ ਸਤਸੰਗੀ ਜਨੋ, ਸੋਢੀ ਸੁਲਤਾਨ ਸੱਚੇ ਪਾਤਸ਼ਾਹ ਜਿਹੜੇ ਕਿ ਕਿਸ ਹਾਲਤਾਂ ਦੇ ਵਿੱਚੋਂ, ਬਚਪਨ ਦੇ ਵਿੱਚੋਂ ਨਿਕਲੇ, ਪਰ ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ ਹੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਅੱਜ ਸਤਸੰਗੀ ਨੂੰ ਕਿੰਨੀਆਂ ਸੰਗਤਾਂ ਉੱਥੇ ਜਾ ਕੇ ਵਰਸਾਂਦੀਆਂ ਹਨ, ਕਿੰਨੀਆਂ ਝੋਲੀ ਭਰ ਕੇ ਆਉਂਦੀਆਂ ਹਨ, ਕਿੰਨੇ ਆਪਾਂ ਮੁਰਾਦਾਂ ਪੂਰੀਆਂ ਕਰਕੇ ਆਉਂਦੇ ਹਾਂ। ਸੋ ਸਾਰੀਆਂ ਸੰਗਤਾਂ ਨੂੰ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ। ਧੰਨ ਹੋ ਤੁਸੀਂ। ਮੈਂ ਬੇਨਤੀ ਕਰਦੇ ਹਾਂ, ਸਿਰਫ ਹੁਣ 2 ਗੁਰਮੁਖ ਪਿਆਰਿਆਂ ਨੇ, ਭਾਈ ਸਾਹਿਬ ਗੁਰਮੀਤ ਸਿੰਘ ਜੀ ਤਾਂ 2 ਗੁਰਮੁਖ ਪਿਆਰੇ ਨੇ 5-5 ਮਿੰਟ ਦਾ ਸ਼ਬਦ ਪੜ੍ਹਨਾ। ਦਾਸ ਵੀ ਬੈਠਾ, ਆਪਾਂ 10 ਮਿੰਟ ਹੋਰ ਬੈਠ ਕੇ, ਕਿਉਂਕਿ ਉਹ ਬੱਚੇ ਵੀ ਜਿਹੜੇ ਕਿ ਕਾਫੀ ਦਿਨਾਂ ਤੋਂ ਆਏ ਹੋਏ ਹਨ, ਸੇਵਾਵਾਂ ਕਰਦੇ ਹਨ, ਉਹਨਾਂ ਦੇ ਪਿਤਾ ਜੀ 5 ਪਿਆਰਾਂ 'ਚ ਲੱਗਦੇ ਹਨ। ਇੱਕ ਸ਼ਬਦ ਉਹ ਬੱਚੀ 5 ਮਿੰਟ ਦਾ ਪੜ੍ਹੇਗੀ, ਇੱਕ ਪਟਿਆਲੇ ਤੋਂ ਆਏ ਹੋਏ ਗੁਰਮੁਖ ਪਿਆਰੇ 5 ਮਿੰਟ ਦਾ ਸ਼ਬਦ ਉਹ ਪੜ੍ਹਨਗੇ। ਉਸ ਦੇ ਨਾਲ ਹੀ ਸਤਸੰਗ ਨੂੰ ਸਮਾਪਤੀ ਹੋ ਜਾਏਗੀ। ਹੋਈਆਂ ਭੁੱਲਾਂ ਦੀ ਮਾਫੀ ਦਿਓ, ਹੋਵੇ ਭੁੱਲ ਖਿਮਾ ਸਭ ਕਰਨਾ, ਬਿਰਧ ਖਾਲਸੇ ਸੰਦਾ, ਬਖਸ਼ਣਹਾਰ ਗੁਰੂ ਤੇ ਸੰਗਤ, ਭੁੱਲਣਹਾਰ ਇਹ ਬੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।